ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਪਣਾ ਡਾਕਟਰ ਆਪ ਬਣੋ ਲੜੀਵਾਰ ਨੰਬਰ 37 ਬੀ ਯੋਰ ਓਨ ਡਾਕਟਰ ਐਪੀਸੋਡ ਨੰਬਰ 37। ਪਿਛਲੀ ਵਾਰ ਅਸੀਂ ਗੱਲ ਕਰ ਰਹੇ ਸੀ ਕੁਆਂਟਮ ਹੀਲਿੰਗ ਦੇ ਵਿੱਚ ਵਾਈਬ੍ਰੇਸ਼ਨ ਐਜ਼ ਮੈਡੀਸਨ। ਵਾਈਬ੍ਰੇਸ਼ਨ ਦੇ ਨਾਲ ਅਸੀਂ ਕਿਸ ਤਰੀਕੇ ਦੇ ਨਾਲ ਬੋਡੀ ਦੇ ਵਿੱਚ ਅੰਦਰ ਦੀਆਂ ਆਈਆਂ ਸਮੱਸਿਆਵਾਂ ਨੂੰ ਠੀਕ ਕਰ ਸਕਦੇ ਹਾਂ, ਮਾਨਸਿਕ ਸਮੱਸਿਆਵਾਂ ਨੂੰ ਠੀਕ ਕਰ ਸਕਦੇ ਹਾਂ, ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹਾਂ। ਵਾਈਬ੍ਰੇਸ਼ਨ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ। ਵਾਈਬ੍ਰੇਸ਼ਨ ਸਿਰਫ ਇੱਕ ਕੰਪਨ ਨਹੀਂ ਹੈਗੀ, ਵਾਈਬ੍ਰੇਸ਼ਨ ਹੋਰ ਵੀ ਬਹੁਤ ਤਰ੍ਹਾਂ ਦੀਆਂ ਹੁੰਦੀ ਹੈ। ਇਸ ਦਾ ਪੂਰਾ ਵਿਸਥਾਰ ਡਾਕਟਰ ਅਮਰ ਸਿੰਘ ਆਜ਼ਾਦ ਨੇ ਸਾਨੂੰ ਦੱਸਿਆ ਸੀ। ਅੱਜ ਆਪਾਂ ਇਹ ਜਾਣਦੇ ਹਾਂ ਕਿ ਵਾਈਬ੍ਰੇਸ਼ਨ ਐਜ਼ ਮੈਡੀਸਨ ਦੇ ਹੋਰ ਕਿਹੜੇ ਤਰੀਕੇ ਨੇ ਜਿਹਦੇ ਨਾਲ ਅਸੀਂ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਇੱਕ ਵਾਰ ਫੇਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਪਨ। ਡਾਕਟਰ ਸਾਹਿਬ, ਵਾਈਬ੍ਰੇਸ਼ਨ ਐਜ਼ ਮੈਡੀਸਨ ਪਿਛਲੀ ਵਾਰ ਆਪਾਂ ਨੇ ਮਾਨਸਿਕ ਰੋਗਾਂ ਨੂੰ ਠੀਕ ਕਰਨ ਲਈ ਜਿਹੜਾ ਪਹਿਲਾਂ ਪੂਰਾ ਵਿਸਥਾਰ ਦੱਸਿਆ, ਫਿਰ ਉਸ ਤੋਂ ਬਾਅਦ ਇਹਦੇ ਇਲਾਜ ਦੱਸੇ ਵੀ ਕਿਸ ਤਰ੍ਹਾਂ ਕੀਤੇ ਜਾ ਸਕਦੇ। ਵਾਈਬ੍ਰੇਸ਼ਨ ਐਜ਼ ਮੈਡੀਸਨ ਹੋਰ ਕਿਸ ਤਰ੍ਹਾਂ ਜਿਹੜਾ ਸਰੀਰ ਨੂੰ ਤੰਦਰੁਸਤ ਬਣਾਉਣ ਵਾਸਤੇ ਇਹ ਟੂਲ ਨੂੰ ਵਰਤਿਆ ਜਾ ਸਕਦਾ? ਕੁਲਵੰਤ ਜੀ, ਹੁਣ ਤੱਕ ਜਿਹੜੀ ਆਪਾਂ ਗੱਲ ਕੀਤੀ ਹੈ ਉਹ ਕੀਤੀ ਹੈ ਮੰਤਰਾ ਜਾਪ ਜਾਂ ਜਿਹੜੀਆਂ ਸਾਊਂਡਸ ਨੇ ਗਲੇ ਤੋਂ ਕੰਠ ਤੋਂ ਪੈਦਾ ਕੀਤੀਆਂ ਹੋਈਆਂ, ਉਹਨੂੰ ਕਿਵੇਂ ਆਪਾਂ ਨੇ ਐਜ਼ ਵਾਈਬ੍ਰੇਸ਼ਨਲ ਮੈਡੀਸਨ ਯੂਜ਼ ਕਰਨਾ ਹੈ। ਆਪਾਂ ਗੱਲ ਕੀਤੀ ਸੀ ਕਿ ਇਸ ਸ੍ਰਿਸ਼ਟੀ ਦੇ ਵਿੱਚ, ਕਿਸ ਕੋਸਮੋਸ 'ਚ ਊਰਜਾ ਪ੍ਰਾਇਮਰੀ ਹੈ ਅਤੇ ਊਰਜਾ ਦਾ ਗੁਣ ਹੈ ਕਿ ਵਾਈਬ੍ਰੇਸ਼ਨ 'ਚ ਹੁੰਦੀ ਹੈ ਹਮੇਸ਼ਾ। ਵਾਈਬ੍ਰੇਸ਼ਨ ਅਤੇ ਊਰਜਾ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਇੱਕੋ ਹੀ ਗੱਲ ਹੈ, ਕਿਉਂਕਿ ਊਰਜਾ ਵਾਈਬ੍ਰੇਸ਼ਨ ਤੋਂ ਬਿਨਾਂ ਹੁੰਦੀ ਹੋਈ ਨਹੀਂ। ਮਤਲਬ ਇਹ ਹੈ ਕਿ ਊਰਜਾ ਦੀ ਹੋਂਦ ਵਾਈਬ੍ਰੇਸ਼ਨ 'ਚ ਹੈ। ਜਿੱਦਾਂ ਪਦਾਰਥ ਦੀ ਹੋਂਦ ਇਸ ਗੱਲ 'ਤੇ ਹੈ ਕਿ ਉਹ ਕਣ ਖੜਾ ਹੈ ਕਿ ਨਹੀਂ ਖੜਾ, ਉਹ ਪਦਾਰਥ ਹੈ। ਊਰਜਾ ਵਾਈਬ੍ਰੇਸ਼ਨ 'ਚ ਹੀ ਹੈ। ਉਹ ਵਾਈਬ੍ਰੇਸ਼ਨ ਦਾ ਮਤਲਬ ਇਹ ਵੀ ਊਰਜਾ ਹੈ। ਤਾਂ ਵਾਈਬ੍ਰੇਸ਼ਨ ਅਤੇ ਊਰਜਾ ਇੱਕ ਲਗਭਗ ਇੱਕੋ ਜਿਹੀ ਗੱਲ ਹੈ। ਆਪਾਂ ਵਾਈਬ੍ਰੇਸ਼ਨ ਕਹਿ ਦਾਂਗੇ ਤਾਂ ਮਤਲਬ ਊਰਜਾ ਹੈ, ਊਰਜਾ ਕਹਾਂਗੇ ਤਾਂ ਮਤਲਬ ਊਰਜਾ ਹਮੇਸ਼ਾ ਹੀ ਵਾਈਬ੍ਰੇਸ਼ਨ 'ਚ ਹੁੰਦੀ ਹੈ। ਤਾਂ ਵਾਈਬ੍ਰੇਸ਼ਨ ਦੀ ਇੱਕ ਫਾਰਮ ਦੀ ਗੱਲ ਕੀਤੀ ਸੀ ਆਪਾਂ ਨੇ ਕਿ ਕੰਠ ਤੋਂ ਅਗਰ ਆਵਾਜ਼ ਪੈਦਾ ਕੀਤੀ ਜਾਵੇ ਤਾਂ ਉਹ ਸਾਡੀ ਸਰੀਰ ਦੇ ਵਿੱਚ ਅਲੱਗ-ਅਲੱਗ ਢੰਗਾਂ ਦੇ ਨਾਲ ਜਾਂਦੀ ਹੈ। ਅਤੇ ਉਹਦੇ ਅੰਦਰ ਇੱਕ ਆਪਾਂ ਚੱਕਰਾਂ ਦੀ ਗੱਲ ਕੀਤੀ ਸੀ ਕਿ ਸਾਡੇ ਜਿਹੜੇ ਸਰੀਰ 'ਚ 7 ਚੱਕਰ ਹੁੰਦੇ ਆ, ਉਹ ਚੱਕਰ ਜਿਹੜੇ ਨੇ ਉਹ ਵਾਈਬ੍ਰੇਸ਼ਨ ਦੇ ਨਾਲ ਸਟਿਮੂਲੇਟ ਹੁੰਦੇ ਆ। ਅਤੇ ਕਿਵੇਂ ਉਹਨੂੰ ਸਟਿਮੂਲੇਟ ਕਰਨਾ ਹੈ, ਕਿਵੇਂ ਉਹ ਸਟਿਮੂਲੇਟ ਹੋ ਕੇ ਫਿਰ ਉਹਦਾ ਜਿਹੜਾ ਚੱਕਰ ਆ ਬੈਲੈਂਸਿੰਗ ਕਹਿੰਦੇ ਆ ਕਿ ਚੱਕਰ ਜਿਹੜੇ ਨੇ ਉਹ ਸੰਤੁਲਿਤ ਹੋ ਜਾਂਦੇ ਆ, ਕਿਉਂਕਿ ਉਹਨਾਂ 6 ਚੱਕਰਾਂ ਦਾ 7ਵਾਂ ਦਾ ਮਾਸਟਰ ਹੈ। 6 ਚੱਕਰਾਂ ਦਾ ਜਿਹੜਾ ਫੰਕਸ਼ਨ ਹੈ ਉਹ ਅਲੱਗ-ਅਲੱਗ ਹੈ। ਗਲੇ ਤੋਂ ਸ਼ੁਰੂ ਹੋ ਕੇ, ਕੰਠ ਤੋਂ ਸ਼ੁਰੂ ਹੋ ਕੇ, ਚੈਸਟ ਤੋਂ ਆ ਕੇ ਪੇਟ 'ਚ ਜਾ ਕੇ ਥੱਲੇ ਤੱਕ ਉਹ ਅਲੱਗ-ਅਲੱਗ ਪੂਰੀ ਬਾਡੀ ਨੂੰ ਉਹ ਮੇਨ 6 ਸੈਂਟਰ ਨੇ ਜਿਹੜੇ ਕੰਟਰੋਲ ਕਰਦੇ ਆ। ਅਤੇ ਜੇ ਆਪਾਂ ਉਸ ਵਾਈਬ੍ਰੇਸ਼ਨ ਨੂੰ ਉਹਨਾਂ ਊਰਜਾ ਦੇ ਸੈਂਟਰਾਂ ਤੱਕ ਪਹੁੰਚਦਾ ਕਰ ਦਈਏ ਢੰਗ ਨਾਲ, ਔਰ ਖਾਸ ਢੰਗ ਦੀ ਵਾਈਬ੍ਰੇਸ਼ਨ ਕਰੀਏ, ਉਹ ਵਾਈਬ੍ਰੇਸ਼ਨ ਇੱਕ ਪਾਸੇ ਸਾਡੇ ਚੱਕਰਾਂ ਨਾਲ ਕਨੈਕਟਡ ਹੈ, ਦੂਜੇ ਪਾਸੇ ਸਿੰਬੋਲਿਕ ਆ, ਉਹ ਸਾਡੇ ਮਨ 'ਚ ਉਹਦੀ ਜਿਹੜੀ ਚੇਤਨਾ ਹੈ ਉਹ ਪੂਰੀ ਕੋਸਮੋਸ ਨਾਲ ਜੁੜੀ ਹੋਈ ਹੈ। ਜਿੱਦਾਂ ਆਪਾਂ ਵਾਹਿਗੁਰੂ ਜਾਪ ਦੀ ਗੱਲ ਕੀਤੀ ਸੀਗੀ, ਵਾਹਿਗੁਰੂ ਮੰਤਰ ਜਿਹੜਾ ਉਹ ਕੋਸਮੋਸ ਨਾਲ ਜੁੜਿਆ ਹੋਇਆ, ਕਿਉਂਕਿ ਪਰਮਾਤਮਾ ਦਾ ਮੰਤਰ ਹੈ। ਪਰਮਾਤਮਾ ਨੂੰ ਯਾਦ ਦਿਵਾਉਂਦਾ, ਪਰਮਾਤਮਾ ਨਾਲ ਕਨੈਕਟ ਕਰਦਾ ਸਾਨੂੰ। ਦੂਜੇ ਪਾਸੇ ਸਾਡੇ ਸੈਂਟਰ ਨਾਲ ਜੁੜਿਆ ਹੋਇਆ। ਸੋ ਇੰਡਾਇਰੈਕਟਲੀ ਅਸੀਂ ਕੀ ਕੀਤਾ, ਕੋਸਮੋਸ ਦੀ ਊਰਜਾ ਨੂੰ ਆਪਣੇ ਸੈਂਟਰ ਨਾਲ ਕਨੈਕਟ ਕਰ ਲਿਆ ਵਾਇਆ ਵਾਹਿਗੁਰੂ। ਵਾਹਿਗੁਰੂ ਨੂੰ ਅਸੀਂ ਘੋੜਾ ਬਣਾ ਲਿਆ। ਵਾਹਿਗੁਰੂ ਨੂੰ ਅਸੀਂ ਪਰਮਾਤਮਾ ਦਾ ਘੋੜਾ ਬਣਾ ਕੇ ਆਪਣੇ ਸੈਂਟਰਾਂ ਤੱਕ ਲੈ ਆਏ ਅਤੇ ਉਹਨੂੰ ਅਸੀਂ ਸਟਿਮੂਲੇਟ ਕੀਤਾ ਅਤੇ ਬੈਲੈਂਸ ਕੀਤਾ, ਅਤੇ ਉਹਦੇ ਨਾਲ ਬੜੇ ਕਮਾਲ ਦੇ ਰਿਜ਼ਲਟਸ ਆਉਂਦੇ ਆ। ਲੇਕਿਨ ਉਹ ਰਿਜ਼ਲਟਸ ਆਪਾਂ ਦਿਖਾ ਨਹੀਂ ਸਕਦੇ, ਕਿਉਂਕਿ ਉਹ ਰਿਜ਼ਲਟ ਸਿਰਫ ਮਹਿਸੂਸ ਕੀਤੇ ਜਾ ਸਕਦੇ ਆ, ਹੰਢਾਏ ਜਾ ਸਕਦੇ ਆ। ਉਹਨਾਂ ਨੂੰ ਜਿਹੜਾ ਵਿਅਕਤੀ ਕਰੇਗਾ ਉਹ ਉਹਨਾਂ ਦੇ ਅਸਰ ਦੇਖੇਗਾ। ਉਹ ਤਾਂ ਇਸ ਕਰਕੇ ਆਪਾਂ ਉਹ ਤਾਂ ਉਹਨਾਂ ਦਾ ਛੱਡਤਾ ਕਿ ਉਹਨੂੰ ਆਪਾਂ ਦਿਖਾ ਨਹੀਂ ਸਕਦੇ। ਅੱਗੇ ਆ ਗਿਆ ਕਿ ਸਰੀਰ ਨੂੰ ਕਿਸੇ ਵੀ ਤਰੀਕੇ ਤੁਸੀਂ ਵਾਈਬਰੇਟ ਕਰ ਲਓ ਤਾਂ ਉਹ ਵਾਈਬ੍ਰੇਸ਼ਨ ਦਾ ਹੀਲਿੰਗ ਇਫੈਕਟ ਹੁੰਦਾ। ਉਹ ਵਾਈਬ੍ਰੇਸ਼ਨ ਜਿਹੜੀ ਹੈ ਸਰੀਰ ਨੂੰ, ਮਨ ਨੂੰ ਅਤੇ ਤੁਹਾਡੇ ਸੈਕਸ ਨੂੰ ਵੀ ਤੰਦਰੁਸਤ ਕਰਦੀ ਹੈ। ਸੋ 3 ਪੱਖ ਨੇ ਸਿਰ ਦੇ, ਸਰੀਰਕ ਪੱਖ ਹੈ, ਮਾਨਸਿਕ ਪੱਖ ਹੈ ਅਤੇ ਪ੍ਰਜਨਨ ਕਿਰਿਆ ਦਾ ਪੱਖ ਹੈ ਕਿ ਸਾਡੇ ਜਿਹੜੇ ਪ੍ਰਜਨਨ ਅੰਗ ਨੇ ਜੇ ਉਹ ਵੀ ਕਮਜ਼ੋਰ ਪੈ ਰਹੇ ਹੈ, ਉਹਨਾਂ ਦੇ ਅੰਦਰ ਕੋਈ ਵਿਕ੍ਰਿਤੀ ਆ ਰਹੀ ਹੈ, ਉਹ ਵੀ ਠੀਕ ਹੋ ਜਾਏਗੀ। ਤਾਂ ਇਹ ਜਿਹੜੀ ਊਰਜਾ ਕਿੱਦਾਂ ਆਪਾਂ ਵਾਈਬ੍ਰੇਸ਼ਨ ਪੈਦਾ ਕਰਦੇ ਹਾਂ। ਹੁਣ ਵਾਈਬ੍ਰੇਸ਼ਨ ਪੈਦਾ ਕਰਨ ਦੇ ਅਲੱਗ-ਅਲੱਗ ਤਰੀਕੇ ਨੇ। ਆਪਾਂ ਕੁਛ ਉਦਾਹਰਨਾਂ ਲੈ ਕੇ ਗੱਲ ਕਰਦੇ ਹਾਂ। ਉਦਾਹਰਨ ਦੇ ਤੌਰ 'ਤੇ ਅਸੀਂ ਤਾੜੀਆਂ ਮਾਰਦੇ ਹਾਂ, ਵਾਈਬ੍ਰੇਸ਼ਨ ਪੈਦਾ ਕਰਤੀ ਨਾ ਆਪਾਂ। ਹੁਣ ਹੱਥਾਂ 'ਚ ਵਾਈਬ੍ਰੇਸ਼ਨ ਪੈਦਾ ਕਰਤੀ ਅਸੀਂ। ਹੁਣ ਹੱਥਾਂ 'ਚ ਵਾਈਬ੍ਰੇਸ਼ਨ ਵੀ ਪੈਦਾ ਕਰਤੀ, ਅਤੇ ਹੱਥ ਜਿਹੜੇ ਨੇ ਐਕੂਪੰਕਚਰ ਦੀ ਸਾਇੰਸ ਕਹਿੰਦੀ ਹੈ ਕਿ ਹੱਥਾਂ ਦੇ ਵਿੱਚ ਪੂਰੇ ਦਾ ਪੂਰਾ ਸਰੀਰ ਦਾ ਨੁਮਾਇੰਦਗੀ ਹੈ। ਯਾਨੀ ਕਿ ਆਪਾਂ ਐਂ ਕਰਕੇ ਤਾੜੀ ਮਾਰਾਂਗੇ ਤਾਂ ਪੂਰੇ ਦਾ ਪੂਰਾ ਸਰੀਰ ਜਿਹੜਾ ਹੈ ਉਹਦੇ ਅੰਦਰ ਊਰਜਾ ਕਰ ਰਹੀ ਹੈ। ਤੁਸੀਂ ਕਦੀ ਬੋਰ ਹੋਵੋ, ਜਦੋਂ ਆਪਾਂ ਕੋਈ ਕਲਚਰਲ ਪ੍ਰੋਗਰਾਮ ਕਰਦੇ ਹਾਂ, ਤਾੜੀਆਂ ਮਾਰਦੇ ਹਾਂ ਨਾ, ਕਿਉਂ ਮਾਰਦੇ ਹਾਂ? ਕਿਉਂਕਿ ਉਹ ਬੂਸਟ ਅਪ ਕਰਨ ਲਈ
ਆਪਣੇ ਆਪ ਨੂੰ ਵੀ ਤੇ ਜਿਹੜਾ ਜਿਹਨੇ ਉਹ ਗੱਲ ਕਨਵੇ ਕੀਤੀ ਉਹਨੂੰ ਵੀ। ਇਸੇ ਤਰ੍ਹਾਂ ਜਦੋਂ ਆਪਾਂ ਤਾੜੀਆਂ ਮਾਰਦੇ ਹਾਂ ਤਾਂ ਤੁਸੀਂ ਕਦੀ ਵੀ ਥੱਕੇ ਹੋਵੋ ਤਾਂ ਤੁਸੀਂ ਕਦੀ ਤਾੜੀਆਂ ਮਾਰ ਕੇ ਦੇਖ ਲਓ ਲਗਾਤਾਰ 5 ਮਿੰਟ, ਤੁਸੀਂ ਪਾਓਗੇ, ਤੁਸੀਂ ਫਰੈਸ਼ ਅਪ ਹੋਗੇ। ਹੁਣ ਆਪਾਂ ਹੱਥਾਂ ਦੀ ਗੱਲ ਕਰਦੇ ਨਾਲ ਦੂਜੀ ਗੱਲ ਵੀ ਨਿਬੇੜ ਲਈਏ ਕਿ ਹੱਥਾਂ ਤੋਂ ਇਲਾਵਾ ਬਾਕੀ ਕਿੱਥੇ ਕਿੱਥੇ ਪੂਰਾ ਸਰੀਰ ਜਿਹੜਾ ਹੈ ਉਹਦਾ ਐਕੂਪ੍ਰੈਸ਼ਰ ਪੁਆਇੰਟਸ ਹੁੰਦੇ ਆ। ਉਹ ਹੈ ਕੰਨ, ਤੁਹਾਡਾ ਪੈਰ ਤੇ ਸਿਰ। 4 ਉਹ ਸਰੀਰ ਦੇ ਅੰਗ ਨੇ ਜਿੱਥੇ ਸਾਰੇ ਦਾ ਸਾਰਾ ਸਰੀਰ ਐਕੂਪੰਕਚਰ ਦੀ ਸਾਇੰਸ ਦੇ ਅਕੋਰਡਿੰਗਲੀ ਰਿਪਰੈਜ਼ੈਂਟਡ ਹੈ। ਔਰ ਸਿਰਫ ਰਿਪਰੈਜ਼ੈਂਟਡ ਹੀ ਨਹੀਂ ਹੈ, ਉਹਦੇ ਉਸ ਗੱਲ ਦੇ ਪ੍ਰੂਫ ਵੀ ਹੈਗੇ ਆ। ਜਦੋਂ ਅਸੀਂ ਉਹਨਾਂ ਨੂੰ ਸਟਿਮੂਲੇਟ ਕਰਦੇ ਹਾਂ ਤਾਂ ਸਾਨੂੰ ਉਸ ਸਾਰੇ ਦੇ ਸਾਰੇ ਅੰਗਾਂ ਦੇ ਵਿੱਚ ਉਹਦਾ ਇਫੈਕਟ ਦਿਸਦਾ। ਤਾਂ ਜਿੱਦਾਂ ਅਸੀਂ ਹੱਥਾਂ ਨੂੰ ਤਾੜੀ ਮਾਰ ਕੇ ਸਟਿਮੂਲੇਟ ਕੀਤਾ, ਇਹਦੇ ਪੈਰਾਂ ਨੂੰ ਚੱਸ ਸਕਦੇ ਹਾਂ। ਤੁਹਾਨੂੰ ਯਾਦ ਹੋਣਾ ਆਪਣੇ ਕਲਚਰ ਦੇ ਵਿੱਚ ਹੈ ਕਿ ਜੇ ਕੋਈ ਬੰਦਾ ਬੇਹੋਸ਼ ਹੋ ਜਾਏ ਆਪਾਂ ਕਹਿੰਦੇ ਪੈਰ ਚੱਸੋ ਚੱਸਦੇ ਆ ਨਾ ਪੈਰ ਆਪਾਂ। ਇਹਦਾ ਕੀ ਮਤਲਬ ਹੈ ਕਿ ਜੇ ਬੰਦੇ ਦੇ ਅੰਦਰ ਕੋਈ ਕਮਜ਼ੋਰੀ ਪੈ ਗਈ ਹੈ, ਕੋਈ ਉਹ ਫੇਂਟ ਕਰ ਗਿਆ। ਫੇਂਟ ਆਮ ਤੌਰ 'ਤੇ ਕਿਹੜੇ ਲੋਕ ਕਰਦੇ ਹੁੰਦੇ ਸੀਗੇ ਜਦੋਂ ਕੋਈ BP ਘਟ ਜਾਂਦਾ ਸੀ, ਬਹੁਤ ਕਮਜ਼ੋਰ ਹੁੰਦੇ ਸੀਗੇ, ਕੋਈ ਬੁਖਾਰ ਹੋ ਗਿਆ ਤਾਂ ਉਹ ਬੰਦਾ ਕਈ ਵਾਰੀ ਬਸੁਰਤ ਹੋ ਜਾਂਦਾ ਸੀਗਾ ਤੇ ਫਿਰ ਉਹਦੇ ਪੈਰ ਝੱਸਦੇ ਹੁੰਦੇ ਸੀ, ਹੱਥ ਤੇ ਪੈਰ ਝੱਸ ਦਿੰਦੇ ਸੀ। ਸੋ ਉਹ ਆਪਾਂ ਨੂੰ ਯਾਦ ਹੈ। ਤੇ ਹੁਣ ਵੀ ਜਦੋਂ ਆਪਾਂ ਕਹਿੰਦੇ ਆ ਵੀ ਪੈਰ ਦੱਬਦੇ, ਮੇਰੇ ਪੈਰ ਦੱਬਦੇ। ਸਾਡੀ ਮਾਤਾਵਾਂ ਪਹਿਲਾਂ ਤਾਂ ਸਾਡੀਆਂ ਦਾਦੀਆਂ, ਹੁਣ ਤਾਂ ਕੋਈ ਦੱਬਦਾ ਨਹੀਂ ਨਾ, ਫਿਰ ਉਹ ਕਹਿੰਦਾ ਵੀ ਨਹੀਂ ਵਿਚਾਰਾ, ਉਹ ਕਹਿੰਦੇ ਕਿ ਦੱਬਣੇ ਤਾਂ ਨਹੀਂ ਕਿਸੇ ਨੇ। ਤਾਂ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਬੱਚਿਆਂ ਨੂੰ। ਮੇਰੀ ਦਾਦੀ ਮੈਨੂੰ ਯਾਦ ਕਹਿੰਦੀ ਸੀ ਮੇਰੇ ਪੈਰ ਦੱਬਦੇ, ਉਹ ਫਿਰ ਮੈਂ ਪੈਰ ਦੱਬਣੇ ਉਹਦੇ। ਤਾਂ ਮਹੱਲੇ 'ਚ ਹੁੰਦੇ ਸੀ ਬਜ਼ੁਰਗ, ਉਹ ਲਤਾੜਨ ਨੂੰ ਕਹਿ ਦਿੰਦੇ ਸੀ, ਲੱਤਾਂ ਉੱਤੇ ਚੜ੍ਹ ਕੇ ਖੜ ਕੇ ਲਤਾੜ ਦੇ ਡਾਂਗ ਫੜ ਲੈਂਦੇ ਹੁੰਦੇ ਸੀਗੇ, ਡਾਂਗ ਫੜ ਕੇ ਤੇ ਉਹ ਪਿੱਠ ਤੇ ਚੜ੍ਹ ਜਾਂਦੇ ਹੁੰਦੇ ਸੀ। ਅਸੀਂ ਦਾਦੀ ਸਾਡੀ ਵੀ ਕਰਦੀ ਹੁੰਦੀ ਸੀ, ਪਿੱਠ ਤੇ ਚੜ੍ਹਾ ਲੈਂਦੀ ਹੁੰਦੀ ਸੀ। ਮੇਰੀ ਪਿੱਠ ਲਤਾੜ ਦੇ, ਲੱਤਾਂ ਲਤਾੜ ਦੇ, ਪੱਟ ਲਤਾੜ ਦੇ। ਹਾਂ, ਤਾਂ ਇਹ ਜਿਹੜੇ ਸਾਰਾ ਕਿਤੇ ਨਾ ਕਿਤੇ ਉਹ ਜਿਹੜਾ ਸੀਗਾ ਐਕੂਪ੍ਰੈਸ਼ਰ ਦੇ ਪੁਆਇੰਟਸ ਜਿਹੜੇ ਨੇ ਉਹ ਪੈਰਾਂ ਦੇ ਸੀਗੇ। ਇਸੇ ਤਰ੍ਹਾਂ ਸਿਰ ਨੂੰ ਚੱਸ ਕੇ ਦੇਖੋ ਤੁਸੀਂ। ਕਦੇ ਤੁਹਾਡਾ ਮੂਡ ਖਰਾਬ ਹੋਵੇ ਤਾਂ ਕਿਸੇ ਵੀ ਮਿੱਤਰ ਪਿਆਰੇ ਨੂੰ ਜੋ ਤੁਹਾਡੇ ਨੇੜੇ ਉਹਨੂੰ ਕਹੋ ਮੇਰਾ ਸਿਰ ਚੱਸਦੇ ਹੁੰਦੇ ਸੀ। ਔਰ ਪ੍ਰੋਫੈਸ਼ਨਲ ਬੰਦੇ ਲੋਕ 500 1000 ਰੁਪਏ ਦੇ ਕੇ ਸਿਰ ਦੀ ਮਾਲਿਸ਼ ਕਰਾਉਂਦੇ ਆ। ਕਿਉਂ ਕਰਾਉਂਦੇ ਆ? ਇਸੇ ਕਰਕੇ ਕਿ ਉਹ ਸਾਡੇ ਅੰਦਰ ਐਕੂਪ੍ਰੈਸ਼ਰ ਪੁਆਇੰਟਸ ਨੇ। ਸੋ ਦੈਟ ਇਜ਼ ਆਲਸੋ ਏ ਵਾਈਬ੍ਰੇਸ਼ਨ, ਉਹ ਵੀ ਕਿਸਮ ਦੀ ਵਾਈਬ੍ਰੇਸ਼ਨ ਹੈ। ਇਸੇ ਤਰ੍ਹਾਂ ਨੇ ਕੰਨਾਂ ਬਾਰੇ ਬਹੁਤ ਕੁਛ ਸੀਗਾ। ਤੇਰੇ ਕੰਨ ਖਿੱਚਾਂ ਮੈਂ, ਮਾਸਟਰ ਕਹਿੰਦੇ ਹੁੰਦੇ ਸੀ ਸਾਨੂੰ। ਕੰਨ ਖਿੱਚਾਂ ਦਾ ਕੀ ਮਤਲਬ ਹੁੰਦਾ ਸੀ ਕਿ ਜਦੋਂ ਕੋਈ ਯਾਦ ਨਹੀਂ ਆਇਆ ਤਾਂ ਕੰਨ ਜਦੋਂ ਫੜਦਾ ਸੀ ਤਾਂ ਨਾਲ ਦੀ ਨਾਲ ਯਾਦ ਆ ਜਾਂਦਾ ਸੀ। ਹਾਂ, ਕੰਨ ਖਿੱਚਾਂ ਤੇਰੇ, ਦੇਖ ਲੈ ਤੈਨੂੰ ਨਹੀਂ ਯਾਦ, ਤੈਨੂੰ ਆ ਨਹੀਂ ਰਿਹਾ, ਤੈਨੂੰ ਕੰਨ ਖਿੱਚਦਾ ਤੇਰੇ ਮੈਂ। ਉਹ ਕਿਤੇ ਨਾ ਕਿਤੇ ਜਦੋਂ ਮੁਹਾਵਰਾ ਬਣਦਾ ਹੈ ਤਾਂ ਉਹ ਕਿਤੇ ਨਾ ਕਿਤੇ ਉਹਦਾ ਮਤਲਬ ਹੁੰਦਾ। ਤਾਂ ਇਹ 4 ਹਿੱਸੇ ਨੇ ਜਿਨ੍ਹਾਂ ਦੇ ਉੱਪਰ ਅਸੀਂ ਕੋਈ ਵੀ ਵਾਈਬ੍ਰੇਸ਼ਨ ਪੈਦਾ ਕਰਤੀ ਹੈ, ਚਾਹੇ ਘਸੜਾ ਪੈਦਾ ਕਰ ਦਈਏ, ਚਾਹੇ ਤਾੜੀਆਂ ਮਾਰ ਲਈਏ, ਚਾਹੇ ਕਿਸੇ ਵੀ ਤਰੀਕੇ ਨਾਲ ਉਹਨੂੰ ਚੱਸ ਕੇ, ਮਾਲਿਸ਼ ਕਰਕੇ, ਟੈਪਿੰਗ ਕਰਕੇ। ਦੂਸਰਾ ਵਾਈਬ੍ਰੇਸ਼ਨ ਇਹਦਾ ਕੀ ਤਰੀਕਾ ਹੈ? ਟੈਪਿੰਗ ਹੈ, ਕਿ ਪੂਰੀ ਬਾਡੀ ਨੂੰ ਟੈਪ ਕਰ ਸਕਦੇ। ਟੈਪਿੰਗ ਨਾਲ ਕੀ ਹੁੰਦੀ ਹੈ? ਦੈਟ ਇਜ਼ ਆਲਸੋ ਵਾਈਬ੍ਰੇਸ਼ਨ। ਤਾਂ ਇਹ ਜਿਹੜੇ ਕਮਾਲ ਦੀਆਂ ਸਾਇੰਸਿਸ ਨੇ, ਲੋਕ ਸੋਚਦੇ ਆ ਕਿ ਬੜੀਆਂ ਘੱਟ ਇਫੈਕਟਿਵ ਨੇ। ਤੁਸੀਂ ਕਰਕੇ ਦੇਖੋ, ਫਿਰ ਇਹਨੂੰ ਕੰਪੇਅਰ ਕਰਕੇ ਦੱਸਿਓ ਗੋਲੀ ਨਾਲ। ਤੁਸੀਂ ਪੈਰਾਸੀਟਾਮੋਲ ਦੀ ਗੋਲੀ ਖਾ ਕੇ ਸਿਰ ਦਰਦ ਠੀਕ ਕਰ ਲਓ ਅਤੇ ਇੱਦਾਂ ਕਰਕੇ ਦੇਖ ਲਓ ਉਹਦੀ ਫਰੈਸ਼ਨੈਸ। ਜਦੋਂ ਇੱਦਾਂ ਕਰੋਗੇ ਤਾਂ ਤੁਹਾਡਾ ਸਾਰਾ ਸਰੀਰ ਜਿਹੜਾ ਉਹ ਫਰੈਸ਼ ਹੋ ਜਾਏਗਾ, ਇਕੱਲਾ ਸਿਰ ਦਰਦ ਨਹੀਂ ਹਟੇਗਾ। ਗੋਲੀ ਨਾਲ ਤਾਂ ਸਿਰਫ ਦਰਦ ਪਰਸੀਵ ਕਰਨ ਵੜ ਗਿਆ, ਲੇਕਿਨ ਤੁਹਾਡੀ ਬੋਰਡਮ, ਤੁਹਾਡੀ ਸੁਸਤੀ ਉੱਥੇ ਹੀ ਰਹੇਗੀ, ਉਹ ਨਹੀਂ ਸੁਸਤੀ ਆਉਣੀ। ਲੇਕਿਨ ਜੇ ਤੁਸੀਂ ਕਿਸੇ ਇਹੋ ਜਿਹੇ ਤਰੀਕੇ ਨਾਲ ਸਿਰ ਦਰਦ ਠੀਕ ਕਰ ਰਿਹਾ ਜਿਹੜਾ ਕਿ ਇੱਦਾਂ ਦਾ ਹੋਇਆ, ਫਿਜ਼ੀਓਲੋਜੀਕਲ ਹੋਇਆ, ਜਿਹੜਾ ਕਿ ਨੈਚੁਰਲ ਹੋਇਆ, ਤਾਂ ਉਹ ਸਾਰਾ ਸਰੀਰ ਇੱਕਦਮ ਚੁਸਤੀ 'ਚ ਆ ਜਾਏਗਾ। ਅਕਸਰ ਕਹਿੰਦੇ ਨੇ ਵੀ ਆਹ ਆਰਾਮ ਆ ਗਿਆ ਯਾਰ। ਹਾਂ, ਤਾਂ ਉਹਦੇ 'ਚ ਇਸੇ ਤਰ੍ਹਾਂ ਸਿਰ ਦੇ ਪੁਆਇੰਟਸ ਬਹੁਤ ਕਮਾਲ ਦੇ ਪੁਆਇੰਟਸ ਨੇ। ਸਿਰ ਦੇ ਪੁਆਇੰਟ ਜਿਹੜੇ ਤੁਹਾਡੇ ਦੇਖੋ ਅੱਖ ਦੇ ਪਿੱਛੇ 1.5 ਇੰਚ ਇੱਥੇ ਬਹੁਤ ਕਮਾਲ ਦਾ ਪੁਆਇੰਟ ਹੈ। ਉਹ ਸਿਰ ਦੇ ਵਿੱਚ ਜੇ ਤੁਹਾਡਾ ਸਿਰ ਦੁਖਦਾ ਹੋਵੇ ਤਾਂ ਤੁਸੀਂ ਆਪਣਾ ਇਹਨੂੰ ਮੱਥੇ 'ਤੇ ਰੱਖ ਲਓ, ਇਹਨੂੰ ਦੋਨੋਂ ਹੱਥਾਂ ਨੂੰ ਉੱਥੇ ਰੱਖ ਲਓ, ਦੋਨਾਂ ਨੂੰ ਜ਼ੋਰ ਦੀ ਦਬਾਓ ਉਹਨੂੰ ਉਹਦੇ ਅੰਦਰ ਇੱਕ ਕਿਸਮ ਦੀ, ਤਾਂ ਇਹ ਨਾਲ ਦੀ ਨਾਲ ਤੁਹਾਡਾ ਸਿਰ ਦਰਦ ਠੀਕ ਹੋ ਜਾਏਗਾ। ਤਾਂ ਇਹ ਜਿਹੜੀ ਸਾਰੀ ਸਾਇੰਸਿਸ ਨੇ, ਐਕੂਪ੍ਰੈਸ਼ਰ ਦੀ ਸਾਇੰਸ ਹੈ, ਵਾਈਬ੍ਰੇਸ਼ਨ ਦੀ ਤਾੜੀਆਂ ਮਾਰਨ ਦੀ ਸਾਇੰਸ ਹੈ, ਚੱਸਣ ਮਾਲਿਸ਼ ਦੀ ਸਾਇੰਸ ਹੈ, ਤੁਹਾਡੀ ਟੈਪਿੰਗ ਦੀ ਸਾਇੰਸ ਹੈ। ਦੇਖੋ, ਟੈਪਿੰਗ ਦਾ ਜਿਹੜਾ ਸਾਡਾ ਪੁਰਾਤਨ, ਤੁਹਾਨੂੰ ਯਾਦ ਹੋਣਾ, ਜਦੋਂ ਕੋਈ ਮਰ ਜਾਂਦਾ ਸੀ ਘਰ 'ਚ ਕੀ ਕਰਦੇ ਸੀ? ਪਿੱਠ 'ਚ ਆਪਾਂ ਕਹਿੰਦੇ ਸੀ ਉਹਨੂੰ, ਛਾਤੀ ਦੇ ਹੱਥ ਮਾਰਦੇ ਸੀ, ਪੱਟਾਂ 'ਤੇ ਮਾਰਦੇ ਸੀ, ਤੇ ਪੇਟ 'ਤੇ ਮਾਰਦੇ ਸੀ। ਇੱਥੇ ਤਿੰਨ ਰਜ ਹੁੰਦੇ ਸੀ। ਮੈਨੂੰ ਅੱਜ ਵੀ ਯਾਦ ਹੈ,
ਸਾਡੀਆਂ ਚਾਚੀਆਂ ਤਾਈਆਂ ਜਦੋਂ ਪਿੱਠ ਸਿਆਪੇ 'ਚ ਆਉਂਦੀਆਂ ਸੀਗੀਆਂ ਤਾਂ ਮੁੜ ਕੇ ਆ ਕੇ ਘਰ ਰੋਂਦੀਆਂ ਸੀਗੀਆਂ ਵੀ ਭਾਏ ਮੇਰੇ ਹਾਏ ਮੇਰਾ ਤਾਂ ਹੋ ਰਿਹਾ, ਮੇਰੇ ਗੁੰਮਟ ਪੈ ਜਾਂਦੇ ਸੀ, ਲਿਟਰਲੀ ਨੀਲ ਪੈ ਹੁੰਦੇ ਸੀ, ਨੀਲ ਪੈ ਹੁੰਦੇ ਸੀਗੇ। ਉਹ ਕੀ ਸੀ ਸਾਰਾ, ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਮਾਨਸਿਕ ਤੌਰ 'ਤੇ ਉਹਨੂੰ ਜਿਹੜਾ ਸੀਗਾ ਉਹਦਾ ਰਿਲੀਫ ਲੈਣ ਵਾਸਤੇ ਉਹਦਾ ਉਹ ਸੀਗਾ। ਤਾਂ ਇਹ ਸਾਰੀਆਂ ਸਾਇੰਸਿਸ ਸੀਗੀਆਂ। ਇਸੇ ਤਰ੍ਹਾਂ ਪੁਰਾਣੇ ਭੂਤ ਕੱਢਦੇ ਹੁੰਦੇ ਸੀਗੇ, ਭੂਤ ਕੱਢਦੇ ਗੋਲ ਘੁੰਮਦੇ ਹੁੰਦੇ ਸੀ, ਸਿਰ ਮਾਰਦੇ ਹੁੰਦੇ ਸੀ। ਹੁਣ ਉਹ ਲੋਕ ਜਿਹੜੇ ਸੀਗੇ ਤਰਕਸ਼ੀਲ ਨੇ ਉਹ ਤਾਂ ਕਹਿੰਦੇ ਵਹਿਮ ਸੀਗੇ। ਇਹ ਵਹਿਮ ਨਹੀਂ ਸੀਗੇ ਉਸ ਵੇਲੇ, ਕਿਉਂਕਿ ਇਹ ਇੱਕ ਉਸ ਵੇਲੇ ਦੇ ਤਰੀਕੇ ਸੀਗੇ ਹੀਲ ਕਰਨ ਦੇ। ਔਰ ਮੈਂ ਆਪਣੀ ਅੱਖਾਂ ਨਾਲ ਦੇਖੇ ਹੋਏ ਆ ਬੰਦੇ ਜਾ ਕੇ ਜਿਹੜੇ ਭੂਤ ਪ੍ਰੇਤਾਂ ਵਾਲੇ ਕੋਲ ਜਾਂਦੇ ਸੀਗੇ, ਠੀਕ ਹੋ ਕੇ ਆਉਂਦੇ ਸੀਗੇ। ਸਾਡੇ ਪਿੰਡ 'ਚ ਕਿੰਨੇ ਬੰਦੇ ਠੀਕ ਹੋ ਕੇ ਆ ਜਾਂਦੇ ਸੀਗੇ ਵੀ ਬੰਦਾ ਮੈਂਟਲੀ ਅਪਸੈਟ ਹੋ ਗਿਆ ਤੇ ਉਹ ਗਿਆ ਡੇਰੇ ਵਡਭਾਗ ਸਿੰਘ ਤੇ ਠੀਕ ਹੋ ਕੇ ਆ ਗਿਆ। ਹੁਣ ਠੀਕ ਹੋ ਕੇ ਆ ਗਿਆ, ਉਹਦੇ ਇੱਕ ਤਾਂ ਹੋ ਗਿਆ ਕਿ ਬੰਦਾ ਚਲੋ ਸਾਰਾ ਟੱਬਰ ਮੈਂਟਲੀ ਤਿਆਰ ਹੋ ਗਿਆ ਸੀ, ਮੈਂ ਇਹਨੂੰ ਠੀਕ ਕਰਕੇ ਲਿਆਉਣਾ, ਉਹ ਵੀ ਹੋ ਸਕਦਾ ਜਿਹਨੂੰ ਪਲੈਸਿਬੋ ਇਫੈਕਟ ਕਹਿੰਦੇ ਆ। ਲੇਕਿਨ ਦੂਜਾ ਸੀ ਜਿਹੜਾ ਉਹਦੇ ਜੋ ਕੁਛ ਕਰਦੇ ਨੇ ਉਹ ਕਰਮਕਾਂਡ, ਉਹ ਮਿਊਜ਼ਿਕ ਵਜਾਉਂਦੇ ਆ, ਉਹਦੇ ਆਲੇ ਦੁਆਲੇ ਨੱਚਦੇ ਆ, ਉਹ ਭਾਂਤ ਦੀਆਂ ਆਵਾਜ਼ਾਂ ਕਰਦੇ ਆ, ਫਿਰ ਉਹਨੂੰ ਬੁਲਵਾਉਂਦੇ ਆ ਉਹਨੂੰ, ਕੁਛ ਨਾ ਕੁਛ ਬੋਲਦਾ ਉਹ ਜਿਹੜਾ ਪੇਸ਼ੈਂਟ ਹੈ ਉੱਚੀ ਹਾਂ ਤਾਂ ਉਹ ਕਰਦਾ, ਫਿਰ ਉਹ ਗੋਲ ਘੁੰਮੀ ਜਾਂਦਾ। ਔਰ ਗੋਲਾਈ 'ਚ ਘੁੰਮਣਾ ਜਿਹੜਾ ਇਹ ਬਹੁਤ ਕਮਾਲ ਦੀ ਜਿਹੜੀ ਮੈਡੀਟੇਸ਼ਨ ਹੈ, ਸੂਫੀ ਸੰਤਾਂ ਦੀ ਜਿਹੜੀ ਮੈਡੀਟੇਸ਼ਨ ਸੀ ਸਾਰੀਆਂ ਉਹ ਸੀਗੀਆਂ ਜਿਹੜਾ ਜਿਹਨੂੰ ਕਹਿੰਦੇ ਸੀ ਅੰਮ੍ਰਿਤਸਰ ਵਾਲਾ ਬਾਗ ਹੈ ਜਿਹੜਾ, ਉਹਦਾ ਨਾਂ ਹੀ ਇੱਥੋਂ ਪਿਆ ਸੀਗਾ। ਕੀ ਨਾਂ ਸੀਗਾ ਜਿਹੜਾ ਜੱਲਿਆਂ ਕੀ ਸੀਗਾ ਉਹ, ਜੱਲੀਆਂ ਸੀਗਾ। ਨਹੀਂ ਜੱਲੀਆਂ ਉਹਨੂੰ ਕਹਿੰਦੇ ਸੀਗੇ। ਜਦੋਂ ਉਹ ਸੂਫੀ ਸੰਤ ਸੀਗੇ, ਜਦੋਂ ਕੋਈ ਭਜਨ ਗਾਉਂਦੇ ਸੀਗੇ ਤਾਂ ਫਿਰ ਗੋਲ ਘੁੰਮਦੇ ਸੀ ਸਾਰੇ, ਉਹਨੂੰ ਕਹਿੰਦੇ ਜੱਲੀਆਂ ਪਾਉਣਾ। ਜੱਲੀਆਂ ਜਦੋਂ ਉਹ ਮੀਆਂ ਮੀਰ ਆਇਆ ਉੱਥੇ, ਤਾਂ ਮੀਆਂ ਮੀਰ ਜਿਹੜਾ ਸਾਰਾ ਉਹ ਆਪਣੇ ਸਾਰੇ ਪੂਰੇ ਪੈਰਾਫਰਨਲੀ ਪੂਰੇ ਨਾਲ ਆਇਆ ਸੀ, ਇਕੱਲਾ ਥੋੜ੍ਹਾ ਆਇਆ ਸੀ ਉਹ ਉੱਥੇ ਜੱਲਿਆਂ ਵਾਲੇ ਬਾਗ ਠਹਿਰਿਆ ਸੀਗਾ। ਤੇ ਜੱਲਿਆਂ ਵਾਲੇ ਬਾਗ ਜਦੋਂ ਗੁਰੂ ਸਾਹਿਬ ਆਉਂਦੇ ਹੁੰਦੇ ਸੀ ਲੰਗਰ 'ਚ, ਤਾਂ ਆ ਕੇ ਪੁੱਛਦੇ ਹੁੰਦੇ ਸੀ ਵੀ ਜੱਲੀਆਂ ਵਾਲਿਆਂ ਨੂੰ ਲੰਗਰ ਚਲਾ ਗਿਆ। ਜੱਲੀਆਂ ਪਾਉਂਦੇ ਸੀ ਨਾ, ਉਹਨਾਂ ਨੂੰ ਗੁਰੂ ਸਾਹਿਬ ਪੁੱਛਦੇ ਜੱਲੀਆਂ ਵਾਲਿਆਂ ਨੂੰ ਲੰਗਰ ਚਲਾ ਗਿਆ। ਰੋਜ਼ ਉਹਨਾਂ ਦਾ ਰੂਟੀਨ ਸੀਗਾ ਗੁਰੂ ਸਾਹਿਬ ਦਾ ਪੁੱਛਣ ਦਾ। ਪਹਿਲਾਂ ਆ ਕੇ ਜਦੋਂ ਉਹ ਲੰਗਰ 'ਚ ਆਉਂਦੇ ਸੀਗੇ ਤਾਂ ਸਭ ਤੋਂ ਪਹਿਲਾਂ ਪੁੱਛਦੇ ਸੀ, ਉਹਦਾ ਨਾਂ ਉੱਥੋਂ ਪੈ ਗਿਆ ਜੱਲਿਆਂ ਵਾਲਾ ਬਾਗ। ਹੁਣ ਇਹ ਕਿਸੇ ਨੂੰ ਇਹੋ ਜਿਹੀ ਜਿਹੜੀ ਹਿਸਟਰੀ ਹੈ ਉਹ ਬਹੁਤ ਘੱਟ ਲੋਕਾਂ ਨੂੰ ਪਤਾ। ਤਾਂ ਉਹ ਕੀ ਸੀ, ਗੋਲ ਘੁੰਮਦੇ ਸੀ। ਤਾਂ ਗੋਲਾਈ 'ਚ ਘੁੰਮਣਾ ਕੀ ਹੈ, ਇਹ ਵੀ ਕਿਸੇ ਦਾ ਬੋਡੀ ਦੇ ਅੰਦਰ ਤੁਸੀਂ ਘੁੰਮ ਕੇ ਦੇਖਿਓ ਕਦੀ ਤੁਸੀਂ। ਆਪਾਂ ਬਚਪਨ 'ਚ ਕਰਦੇ ਹੁੰਦੇ ਸੀ ਨਾ, ਹੁਣ ਤੱਕ ਕਰਦੇ ਨਹੀਂ ਵੀ ਜ਼ੋਰ ਦੀ ਘੁੰਮਦੇ ਹੁੰਦੇ ਸੀਗੇ। ਹਾਂ ਨਹੀਂ ਉਹ ਤਾਂ ਘੁੰਮਦੇ ਸੀ ਜਿਹੜੇ ਉੱਥੇ ਘੁੰਮ ਜਾਂਦੇ ਸੀ, ਉੱਥੇ ਘੁੰਮਦੇ ਹੁੰਦੇ ਸੀਗੇ। ਤੇ ਸ਼ਰਾਰਤਾਂ ਵੀ, ਗੇਮਾਂ ਵੀ ਹੋ ਜਾਂਦੀਆਂ ਸੀਗੀਆਂ ਵੀ ਛੋਟੇ ਜਵਾਕ ਨੂੰ ਫੜਨਾ, ਉਹਨੂੰ ਪਹਿਲਾਂ ਘੁੰਮਣਾ, ਉਹਦੇ ਨਾਲ ਫਿਰ ਉਹਨੂੰ ਛੱਡ ਦੇਣਾ, ਉਹ ਡਿੱਗ ਪੈਣਾ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਕੀ ਸੀਗਾ, ਸਾਰਾ ਸੀਗਾ ਖਾਸ ਕਿਸਮ ਦੀ ਵਾਈਬ੍ਰੇਸ਼ਨ ਪੈਦਾ ਕਰਦੇ ਸੀ ਤੇ ਉਹਦੇ 'ਚ ਅੱਛਾ ਲੱਗਦਾ ਸੀਗਾ। ਥੋੜ੍ਹੇ ਜਿਹੜੇ ਉਹ ਭੰਗੂੜੇ ਉਹ ਹੁੰਦੇ ਆ, ਜਿਹੜੇ ਝੂਲੇ ਕੀ ਨੇ ਹੁਣ, ਜਾਂ ਪੀਂਘ ਹੈ, ਪੀਂਘ ਕੀ ਹੈ, ਪੀਂਘ ਦਾ ਤੁਹਾਨੂੰ ਕਿੰਨਾ ਅੱਛਾ ਲੱਗਦਾ ਜਦੋਂ ਪੀਂਘ ਝੂਟਦੇ ਹੋ, ਕਿਉਂ ਅੱਛਾ ਲੱਗਦਾ, ਕੀ ਖਾਸ ਗੱਲ ਹੈ ਉਹ 'ਚ? ਕਿਉਂਕਿ ਉਹਦਾ ਜਿਹੜਾ ਸਵਿੰਗਿੰਗ ਹੈ, ਸਵਿੰਗਿੰਗ ਗਿਵ ਯੂ ਅ ਸਾਈਨ ਆਫ ਫਰੈਸ਼ਨੈਸ, ਤੁਹਾਨੂੰ ਇੱਕ ਫਰੈਸ਼ਨੈਸ ਦੀ ਉਹ ਦਿੰਦਾ। ਸੋ ਇਹ ਕਿ ਕਮਾਲ ਦੀਆਂ ਸਾਇੰਸਿਸ ਨੇ ਆਪਣੇ ਆਪ 'ਚ, ਜਿਹੜੀਆਂ ਨੇਚਰ ਨੇ, ਕੁਦਰਤ ਦੀਆਂ ਨੇ, ਪਰਮਾਤਮਾ ਦੀਆਂ ਨੇ, ਉਹਨਾਂ ਨੂੰ ਅਸੀਂ ਭੁੱਲ ਭੁਲਾ ਕੇ ਅਸੀਂ ਸੂਡੋ ਵੈਸਟਰਨ ਸਾਇੰਸ 'ਚ ਵੜ ਗਏ, ਗੋਲੀਆਂ ਖਾਓ। ਮੁਰਗਾ ਬਣਨਾ ਵੀ ਕੋਈ ਇਹਦੇ ਵਿੱਚ ਵੀ ਕੋਈ ਸਾਇੰਸ ਹੋਊਗੀ ਜੇ ਕੋਈ ਹੋਊਗੀ, ਉਹਦੇ 'ਚ ਵੀ ਕੁਛ ਨਾ ਕੁਛ ਹੋਣਾ ਜ਼ਰੂਰ। ਜਿਹੜਾ ਤੁਸੀਂ ਉਹ ਕੰਨ ਫੜਦੇ ਸੀ ਨਾ, ਥੱਲੇ ਉਹਦੀ ਕੰਨ ਫੜਦੇ ਸੀਗੇ ਵੀ ਕੰਨ ਫੜ, ਤੇ ਕੁਛ ਨਾ ਕੁਛ ਹੋਏਗਾ, ਉਹਦੇ 'ਚ ਵੀ ਹੋਏਗਾ। ਤਾਂ ਕਿਤੇ ਨਾ ਕਿਤੇ ਜਿਹੜਾ ਹੈ ਇੱਦਾਂ ਦਾ ਜਿਹੜਾ ਸੀਗਾ ਇਹ, ਤੇ ਪੁਰਾਣੀ ਹਰ ਜਿਹੜੀ ਇਹੋ ਜਿਹੀਆਂ ਸੀਗੀਆਂ ਚੀਜ਼ਾਂ ਉਹਦੇ ਪਿੱਛੇ। ਹੁਣ ਪੀਂਘ ਜਿਹੜੀ ਉੱਡਦੇ ਸੀਗੇ, ਪੀਂਘ ਝੂਟਦੇ ਸੀ, ਝੂਲਾ ਝੂਟਦੇ ਸੀ। ਹੁਣ ਵੀ ਝੂਲੇ ਲਾਉਣ ਦਾ ਘਰ 'ਚ ਬਾਹਰ ਆਵਾਜ਼ ਆ, ਤੇ ਆਪਾਂ ਬਹਿ ਜਾਈਏ, ਜੇ ਮੰਨ ਲਓ ਤੁਸੀਂ ਹੁਣ ਵੀ ਜਾ ਕੇ ਝੂਲੇ 'ਚ ਬੈਠੋ ਆਪਣੇ ਲਾਉਣ 'ਚ, ਤੇ ਥੋੜ੍ਹਾ ਤੁਹਾਨੂੰ ਝੂਲਾ ਲਈ ਜਾਓ, ਤਾਂ ਤੁਹਾਨੂੰ ਕੀ ਫੀਲ ਹੁੰਦਾ? ਰਿਲੈਕਸਡ ਫੀਲ ਹੁੰਦਾ। ਤੁਸੀਂ ਵੈਸੇ ਸਟਿਲ ਬੈਠੋ ਤੇ ਝੂਲੇ 'ਚ ਝੂਲੋ, ਉਹਦੇ 'ਚ ਕਿੰਨਾ ਹੀ ਫਰਕ ਲੱਗਦਾ। ਬੱਚੇ ਨੂੰ ਜੇ ਕੋਈ ਸ਼ਰਾਰਤ ਕਰਦਾ ਸੀ ਉਹਨੂੰ ਕੰਨ ਫੜ ਕੇ ਬਾਹਰ ਖੜਾ। ਹਾਂ, ਦੂਜੀ ਗੱਲ, ਬੱਚੇ ਨੂੰ ਆਪਾਂ, ਛੋਟਾ ਬੱਚਾ ਹੁੰਦਾ ਰੋਂਦਾ ਹੋਵੇ, ਕੀ ਕਰਦੇ ਆ ਉਹਨੂੰ? ਜਾਂ ਤਾਂ ਐਂ ਕਰਦੇ ਆ, ਜਾਂ ਉਹਦੇ ਥੱਪਦੇ, ਉਹ ਵੀ ਵਾਈਬ੍ਰੇਸ਼ਨ ਪੈਦਾ ਕਰਦਾ। ਜਦੋਂ ਸਿਰ ਨੂੰ ਥੱਪ ਦਿੰਦੇ ਆ, ਕੀ ਆ ਉਹ ਵੀ ਵਾਈਬ੍ਰੇਸ਼ਨ ਹੈ। ਸੋ ਵਾਈਬ੍ਰੇਸ਼ਨ ਆਪਣੇ ਆਪ 'ਚ ਹੀ ਦਵਾਈ ਹੈ, ਵਾਈਬ੍ਰੇਸ਼ਨ ਆਪਣੇ ਆਪ 'ਚ ਹੀ ਮੈਡੀਸਨ ਹੈ, ਆਪਣੇ ਆਪ ਫੁੱਲ ਫਲਾਈਡ ਸਾਇੰਸ ਹੈ। ਔਰ ਇਹਨੂੰ ਯੂਜ਼ ਕਰਨਾ ਚਾਹੀਦਾ, ਕਿਉਂਕਿ ਇਹ 'ਚ ਕੀ ਲੱਗਣਾ, ਤੁਹਾਡਾ ਕੁਛ ਵੀ ਨਹੀਂ ਲੱਗਣਾ, ਔਰ ਤੁਹਾਡਾ ਮਨ ਵੀ ਤੰਦਰੁਸਤ, ਸਿਹਤ ਤੇ ਸਰੀਰ ਵੀ ਤੰਦਰੁਸਤ। ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ
ਇਹਦੇ ਉੱਪਰ ਬੇਸਡ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਡਿਵੈਲਪ ਹੋਈਆਂ ਨੇ। ਹੁਣ ਹੋਲ ਬੋਡੀ ਟੈਪਿੰਗ ਹੈ, ਉਹ ਤੁਸੀਂ YouTube ਤੇ ਜਾਓ ਤੇ ਉਹਦੇ ਇੱਕ ਬੰਦੇ ਨੇ ਸ਼ਰਾਰਤ ਕਰਕੇ ਉਹਦੀ ਵੀਡੀਓ ਦਾ ਨਾਂ ਹੀ ਰੱਖਤਾ ਥੱਪੜ ਥੈਰੇਪੀ। ਉਹਦੇ YouTube ਤੇ ਖੁੱਲ ਗਿਆ ਥੱਪੜ ਥੈਰੇਪੀ, ਉਹ ਥੱਪੜ ਥੈਰੇਪੀ ਖੁੱਲ ਜਾਏਗੀ, ਸਾਰੀ ਬੋਡੀ ਨੂੰ ਥੱਪੜ ਮਾਰਨੇ ਆ। ਉਹ ਇੱਕ ਪੂਰੇ ਚੈਨਲ ਵਾਈਜ਼ ਹੈ। ਚੈਨਲ ਵਾਈਜ਼ ਇੱਥੇ ਥੋੜ੍ਹੀ ਜਿਹੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਪੂਰੀ ਬੋਡੀ ਦੇ ਅੰਦਰ ਚੈਨਲਸ ਨੇ, ਊਰਜਾ ਦੇ ਚੈਨਲ ਨੇ। ਉਹ ਐਕੂਪੰਕਚਰ ਦੀ ਸਾਇੰਸ ਹੈ, ਚਾਈਨੀਜ਼ ਸਾਇੰਸ ਹੈ ਬੇਸਿਕਲੀ। ਵੈਸੇ ਚਾਈਨੀਜ਼ ਸਾਇੰਸ ਵੀ ਨਹੀਂ ਕਹਿਣਾ ਚਾਹੀਦਾ ਇਹਨੂੰ, ਬੇਸਿਕਲੀ ਇੰਡੀਆ ਦੇ ਆਯੁਰਵੇਦ ਦਾ ਵੀ ਪਾਰਟ ਸੀਗੀ ਹੈ, ਲੇਕਿਨ ਚਾਈਨਾ ਵਾਲਿਆਂ ਨੂੰ ਡਿਵੈਲਪ ਕਰ ਲਿਆ। ਸਾਡੇ ਜਦੋਂ ਪੇਟ ਦੁਖਦਾ ਸੀ, ਧਰਨ ਪੈਂਦੀ ਸੀ ਤਾਂ ਪਿੰਜਣੀ ਦੱਬਦੇ ਸੀ। ਉਹਦਾ ਮਤਲਬ ਕੀ ਸੀਗਾ? ਬਹੁਤ ਸਾਰੇ ਜਿਹੜੀਆਂ ਬਿਮਾਰੀਆਂ ਦਾ ਇਲਾਜ ਧੁੰਨੀ 'ਚ ਤੇਲ ਪਾ ਕੇ ਕਰਦੇ ਸੀਗੇ। ਸੋ ਇਸ ਕਰਕੇ ਇਹ ਕੋਈ ਸਾਇੰਸ ਇਕੱਲੀ ਚਾਈਨੀਜ਼ ਨਹੀਂ ਹੈ, ਲੇਕਿਨ ਚਾਈਨਾ ਦੀ ਖੂਬੀ ਕੀ ਨਿਕਲੀ ਕਿ ਚਾਈਨਾ ਵਾਲਿਆਂ ਨੇ ਉਹਨੂੰ ਡਿਵੈਲਪ ਕਰ ਲਿਆ, ਪੂਰੀ ਫੁੱਲ ਫਲੈਜ ਸਾਇੰਸ। ਉਹਨੂੰ ਐਕੂਪੰਕਚਰ ਦੀ ਸਾਇੰਸ ਕਹਿੰਦੇ ਹੋ। ਉਹਦੇ ਅੰਦਰ ਉਹ ਕਹਿੰਦੇ ਆ ਕਿ ਚੈਨਲਸ ਨੇ ਊਰਜਾ ਦੀਆਂ, ਜਿਹੜੀ ਪੂਰੀ ਬਾਡੀ ਦੀ ਊਰਜਾ ਇੱਕ ਖਾਸ ਚੈਨਲ ਦੇ ਅੰਦਰ ਚੱਲਦੀ ਹੈ ਅਤੇ ਉਹਨੂੰ ਖਾਸ ਤਰ੍ਹਾਂ ਦੇ ਸੈਂਟਰ ਕੰਟਰੋਲ ਕਰਦੇ ਆ। ਉਹ 1400 ਸੈਂਟਰ ਨੇ ਟੋਟਲ। 1400 ਸੈਂਟਰਾਂ ਜਿਹੜੀ ਆਪਾਂ 6 ਸੈਂਟਰਾਂ ਦੀ ਗੱਲ ਕੀਤੀ ਉਹ ਮੇਨ ਨੇ, ਵੱਡੇ जंक्शन ने वो। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर विश्वरूप राय चौधरी, डॉक्टर खादर वली और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, BP, शुगर, थायराइड, मोटापा, घुटनों का दर्द, क्या आप भी हैं इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਉਹ 6 ਸੈਂਟਰਾਂ ਤੋਂ 1400 ਸੈਂਟਰ ਕੰਟਰੋਲ ਹੁੰਦੇ ਆ, ਤੇ 1400 ਸੈਂਟਰਾਂ 'ਚ ਊਰਜਾ ਕਿਵੇਂ ਫਲੋ ਕਰਦੀ ਹੈ? ਇੱਕ ਚੈਨਲਸ ਰਾਹੀਂ। ਉਹਨਾਂ ਚੈਨਲ ਦਾ ਨਾਂ ਹੈ ਬਕਾਇਦਾ, ਇਹ ਲਾਰਜ ਇੰਟੈਸਟਾਈਨ ਚੈਨਲ ਹੈ, ਸਮਾਲ ਇੰਟੈਸਟਾਈਨ ਚੈਨਲ ਹੈ, ਹਾਰਟ ਚੈਨਲ ਹੈ, ਇਹ ਟ੍ਰਿਪਲ ਵਾਰਮਰ ਹੈ। ਉਹ ਚੈਨਲ 12 ਟੋਟਲ ਮੁੱਖ ਚੈਨਲਾਂ ਨੇ ਜਿਹੜੀਆਂ ਕਿ ਸਾਰੀ ਬਾਡੀ ਨੂੰ ਊਰਜਾ ਦਿੰਦੀਆਂ ਨੇ। ਜੇ ਉਹਨਾਂ ਚੈਨਲ ਦੇ ਅਕੋਰਡਿੰਗਲੀ ਆਪਾਂ ਟੈਪ ਕਰੀਏ, ਉਹਨਾਂ ਚੈਨਲਾਂ ਦੇ ਅਕੋਰਡਿੰਗਲੀ ਆਪਾਂ ਜੇ ਤਾੜੀ ਮਾਰੀਏ
ਤਾਂ ਉਹ ਜ਼ਿਆਦਾ ਬੈਨੀਫਿਟ ਕਰੂਗੀ। ਜਿਸ ਤਰ੍ਹਾਂ ਆਹ ਵਾਲਾ ਪੁਆਇੰਟ ਹੈ ਹੱਥ ਦੇ ਵਿਚਾਲੇ ਵਾਲਾ ਮਾਸਟਰ ਪੁਆਇੰਟ ਹੈ, LI4 ਹੈ। ਹੁਣ ਜੇ ਇਹਨੂੰ ਟੈਪ ਕਰਾਂਗੇ ਆਪਾਂ ਤਾਂ ਇਫੈਕਟ ਆਲਟੋ ਦੇ ਡਿਫਰੈਂਟ ਆਏਗਾ। ਤੁਸੀਂ ਦੂਜੇ ਪਾਰਟ 'ਤੇ ਟੈਪ ਕਰੋ, ਉਹ ਨਹੀਂ ਉਨਾ ਇਫੈਕਟ ਨਹੀਂ ਆਏਗਾ ਜਿੰਨਾ ਉਸ ਪੁਆਇੰਟ ਨੂੰ ਟੈਪ ਕਰੋਗੇ ਤਾਂ ਆਏਗਾ। ਹੁਣ ਜੇ ਤੁਸੀਂ ਸੁਸਤ ਹੋ ਤਾਂ ਇੱਕ ਪੁਆਇੰਟ ਇੱਕ ਇਹ ਹੈਗਾ, ਇਹਨਾਂ ਦੋ ਉਂਗਲਾਂ ਨੂੰ ਟੈਪ ਕਰਨਾ ਇੱਥੇ, ਤੁਸੀਂ ਪਾਓਗੇ ਕਿ ਇਹਦਾ ਇਫੈਕਟ ਬਿਲਕੁਲ ਵੱਖਰਾ ਆਏਗਾ। ਇਹ ਤੁਹਾਡਾ ਟ੍ਰਿਪਲ ਵਾਰਮਰ ਚੈਨਲ ਹੈ ਕਿ ਤੁਹਾਡੀ ਬਾਡੀ ਨੂੰ ਬੂਸਟ ਅਪ ਕਰ ਦੇਗਾ, ਚੁਸਤੀ ਕਰ ਦੇਗਾ। ਪਰ ਬਿਲਕੁਲ ਸੈਂਟਰ ਦੇ ਵਿੱਚ ਆਹ ਦੋ ਉਂਗਲਾਂ ਦੇ ਨਾਲ ਆਹ ਵਾਲੀਆਂ ਦੋ ਉਂਗਲਾਂ ਨੂੰ ਇੱਥੇ ਨੂੰ ਟੈਪ ਕਰਨਾ। ਇੱਥੇ ਪਹਿਲਾਂ ਇੱਧਰ ਹਾਂ, ਇੱਥੇ ਵਾਲੇ ਦੋ ਨਾਲ ਕੋਈ ਨਾਲ ਕਰਨਾ, ਕਿਉਂਕਿ ਸਿਰਫ ਉੱਥੇ ਹੀ ਹੋਣਾ ਚਾਹੀਦਾ ਟੈਪ। ਹਾਂ, ਇਹਨਾਂ ਦੇ ਜਿਹੜਾ ਟੈਪ ਕਰਨਾ ਇੱਦਾਂ ਦੂਜੇ ਤਰ੍ਹਾਂ ਕਰ ਲਓ। ਤਾਂ ਇਹ ਕਿਉਂਕਿ ਇਹ ਪਰਟੀਕੂਲਰ ਚੈਨਲਸ ਨੇ ਜਿਹੜੇ ਪਰਟੀਕੂਲਰ ਇਫੈਕਟ ਦਿੰਦੀਆਂ ਨੇ, ਤਾਂ ਇਸ ਕਰਕੇ ਉਹਨਾਂ ਨੂੰ ਟੈਪ ਕਰਾਂਗੇ ਤਾਂ ਉਹ ਜ਼ਿਆਦਾ ਵਧੀਆ ਇਫੈਕਟ ਆਏਗਾ। ਜਿਵੇਂ ਹੈਡੇਕ ਦਾ ਆਹ ਪੁਆਇੰਟ ਗਿਆ ਸੀਗਾ, ਮੇਰੀ ਪੁੜਪੜੀਆਂ ਝੱਸਦੇ, ਹੁਣ ਪੁੜਪੜੀਆਂ ਆਪਣੇ ਮੁਹਾਵਰੇ 'ਚ ਹੈ, ਪੁੜਪੜੀਆਂ ਆ ਜਾ ਤੁਹਾਡੀ ਪੁੜਪੜੀਆਂ ਕਹਿਣਾ ਮਾਂ ਨੂੰ ਜਾਂ ਦਾਦੀ ਨੂੰ ਵੀ ਮੇਰਾ ਸਿਰ ਦੁਖਦਾ, ਆ ਜਾ ਤੇਰੀ ਮੈਂ ਪੁੜਪੜੀਆਂ ਚੱਸ ਦੇਣੀ ਆ। ਉਹਨੇ ਇੱਥੋਂ ਚੱਸਣੀਆਂ ਚੰਗੀ ਤਰ੍ਹਾਂ, ਸਿਰ ਨਾਲੇ ਸਿਰ ਮਾਰ ਦੇਣਾ, ਨਾਲੇ ਇੱਥੋਂ ਚੱਸ ਦੇਣੀ ਆ। ਚੱਲ ਬੱਲੇ ਬੱਲੇ, ਕਿਹੜਾ ਗੋਲੀ ਵਾਲੀ। ਤਾਂ ਇਹ ਸਾਰੀ ਬਹੁਤ ਕਮਾਲ ਦੀ ਸਾਇੰਸ ਹੈ। ਇਹਨੂੰ ਆਪਾਂ ਨੇ ਕਲੈਕਟਿਵ ਕਰਕੇ ਹੁਣ ਆਪਾਂ ਨੇ ਇਹਨੂੰ ਬਣਾ ਦਿੱਤਾ ਵਾਈਬ੍ਰੇਸ਼ਨਲ ਸਾਇੰਸ। ਇਹ ਵਾਈਬ੍ਰੇਸ਼ਨਲ ਸਾਇੰਸ ਦਾ ਮਤਲਬ ਊਰਜਾ ਦੀ ਸਾਇੰਸ ਹੈ ਕਿ ਊਰਜਾ ਨੂੰ ਮੋਡੀਫਾਈ ਕਰਕੇ, ਆਪਣੀ ਹੀ ਸਰੀਰ ਦੀ ਊਰਜਾ ਆਪ ਹੀ ਉਹਨੂੰ ਖਾਸ ਢੰਗ ਦੇ ਨਾਲ ਸਟਿਮੂਲੇਟ ਕਰਕੇ, ਖਾਸ ਢੰਗ ਦੇ ਨਾਲ ਉਹਨੂੰ ਉਤੇਜਿਤ ਕਰਕੇ ਇਲਾਜ ਕਿਵੇਂ ਕਰਨਾ। ਤਾਂ ਇਹ ਹੈ ਵਾਈਬ੍ਰੇਸ਼ਨਲ ਜਿਹੜੀ ਊਰਜਾ। ਉਹਦੇ 'ਚ ਅਲੱਗ-ਅਲੱਗ ਢੰਗ ਦੇ, ਜਿੱਦਾਂ ਹੋਰ ਕੀ ਕਰ ਸਕਦੇ ਆਪਾਂ, ਇਹ ਤਾਂ ਕੁਛ ਚੀਜ਼ਾਂ ਦਾ ਪਰ ਐਗਜ਼ਾਮਪਲ ਲਈ, ਫਾਰ ਐਗਜ਼ਾਮਪਲ ਤੁਸੀਂ ਪਾਣੀ 'ਚ ਤੈਰਦੇ ਹੋ, ਪਾਣੀ ਦੀ ਆਪਣੀ ਊਰਜਾ, ਪਾਣੀ ਦੀ ਆਪਣੀ ਇੱਕ ਵਾਈਬ੍ਰੇਸ਼ਨ ਹੈ, ਉਹ ਵਾਈਬ੍ਰੇਸ਼ਨ ਹੈ। ਤੁਸੀਂ ਠੰਡੀ ਹਵਾ 'ਚ ਖੜੇ ਹੋ, ਜਦੋਂ ਤੁਹਾਨੂੰ ਹਵਾ ਟੱਚ ਕਰੇ ਉਹਦੇ ਅੱਖਾਂ ਬੰਦ ਕਰ ਲਓ, ਉਹਦੇ ਹਵਾ ਨੂੰ ਟੱਚ ਕਰਦੇ ਹੋ ਮਹਿਸੂਸ, ਉਹਦੀ ਆਪਣੀ ਊਰਜਾ। ਧੁੱਪੇ ਜਾ ਕੇ ਖੜੇ ਹੋ ਜਾਓ, ਉਹ ਧੁੱਪ 'ਚ ਖੜੇ ਹੋਗੇ ਤੁਸੀਂ, ਤੁਹਾਡੀ ਫੀਲਿੰਗ ਹੀ ਬਦਲ ਜਾਏਗੀ। ਤੁਸੀਂ ਕਦੀ ਆਪਣਾ ਤਾਂ ਬੜੇ ਖੁਸ਼ਕਿਸਮਤ ਆ ਕਿ ਆਪਾਂ ਨੂੰ ਸੂਰਜ ਬਹੁਤ ਘੱਟ ਇਹੋ ਜਿਹਾ ਟਾਈਮ ਹੁੰਦਾ ਜਦੋਂ ਸੂਰਜ ਬਹੁਤ ਲੰਬਾ ਸਮਾਂ ਨਾ ਦਿਖੇ। ਯੂਰਪ ਦੇ ਲੋਕਾਂ ਦਾ ਹਾਲ ਦੇਖਣ ਵਾਲਾ ਹੁੰਦਾ ਜਦੋਂ ਸੂਰਜ ਮਹੀਨਾ ਨਹੀਂ ਨਿਕਲਦਾ, ਤੜਫ ਜਾਂਦੇ ਆ ਵਿਚਾਰੇ, ਤਰਸਦੇ ਹੁੰਦੇ ਆ ਵੀ ਸੂਰਜ ਨਿਕਲਿਆ ਹੋਵੇ ਕਿਤੇ। ਇੱਥੇ ਵੀ ਤੁਸੀਂ ਬਹੁਤ ਵਾਰੀ ਹੁੰਦਾ ਗਰਮੀਆਂ 'ਚ, ਜਦੋਂ ਬਰਸਾਤ ਦੇ ਮੌਸਮ 'ਚ ਜਦੋਂ ਕਈ ਦਿਨ ਸੂਰਜ ਨਹੀਂ ਦਿਖਦਾ, ਉਹ ਹਾਲ ਕੀ ਹੁੰਦਾ। ਔਰ ਉੱਥੇ ਤਾਂ ਮੈਸਿਵ ਡਿਪਰੈਸ਼ਨ ਹੁੰਦਾ। ਜਿਹੜੇ ਯੂਰਪ ਜਾਂ ਕੈਨੇਡਾ ਦੇ ਅੰਦਰ ਜਦੋਂ ਕਈ ਦਿਨ ਸੂਰਜ ਨਹੀਂ ਨਿਕਲਦਾ ਤਾਂ ਬਹੁਤ ਲੋਕ ਡਿਪਰੈਸ਼ਨ ਚਲੇ ਜਾਂਦੇ, ਮਾਸ ਲੈਵਲ ਤੇ ਡਿਪਰੈਸ਼ਨ ਚਲੇ ਜਾਂਦੇ ਆ। ਤਾਂ ਉਹ ਕਿਤੇ ਨਾ ਕਿਤੇ, ਜਿਹੜੀ ਸਨ ਗੇਜ਼ਿੰਗ ਕਰਦੇ ਹਾਂ ਆਪਾਂ ਕਿ ਅੱਖਾਂ ਠੀਕ ਕਰਨ ਲਈ ਸਨ ਗੇਜ਼ਿੰਗ ਕਰੋ, ਧੁੱਪ 'ਚ ਵਿਟਾਮਿਨ ਡੀ ਬਣਦਾ, ਉਹ ਤਾਂ ਊਰਜਾ ਪਤਾ ਹੀ ਹੈ ਸਾਰਿਆਂ ਨੂੰ। ਅਦਰਵਾਈਜ਼ ਧੁੱਪ 'ਚ ਇਕੱਲਾ ਵਿਟਾਮਿਨ ਡੀ ਨਹੀਂ ਬਣਦਾ, ਪੂਰੀ ਤੇ ਪੂਰੀ ਕਿਤੇ ਨਾ ਕਿਤੇ ਸਾਰੀ ਬਾਡੀ ਨੂੰ ਉਹ ਤੰਦਰੁਸਤ ਕਰਦੀ ਸੂਰਜੀ ਊਰਜਾ ਜਿਹੜੀ ਹੈ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਜਿਹੜੀ ਵਰਤਾਰੇ ਨੇ, ਇਹਦਾ ਬੇਸ ਕੀ ਹੈ, ਉਹ ਆਪਾਂ ਪਹਿਲਾਂ ਵੀ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ। ਕਿਉਂਕਿ ਜਿਹੜਾ ਅਸੀਂ ਸਾਡਾ ਪਦਾਰਥ ਹੈ, ਸਾਡੀ ਬਾਡੀ ਹੈ, ਇਹ ਵੀ ਤਾਂ ਕਿਤੇ ਨਾ ਕਿਤੇ ਫਰੋਜ਼ਨ ਊਰਜਾ, ਇਹ ਉਹ ਊਰਜਾ ਜਿਹੜੀ ਕੰਡੈਂਸ ਹੋ ਚੁੱਕੀ ਹੈ ਜਾਂ ਫਰੀਜ਼ ਹੋ ਚੁੱਕੀ ਹੈ। ਤੁਸੀਂ ਕਿਤੇ ਸਵੇਰੇ ਦਰਖਤਾਂ ਨੂੰ ਦੇਖਿਓ, ਦਰਖਤਾਂ ਦੇ ਉੱਪਰ ਤੁਸੀਂ ਦੇਖੋ ਸਰਸਰੀ, ਤਾਂ ਵਿੱਚ ਤੁਹਾਨੂੰ ਝਲਕ ਆਏਗੀ, ਉਸ ਦਾ ਲਗਾਤਾਰ ਨਾ ਹੋਵੇ ਕਿ ਜਿੱਥੇ ਦਰਖਤ ਖਤਮ ਹੋ ਰਿਹਾ ਉਹਦੇ ਆਲੇ ਦੁਆਲੇ ਇੱਕ ਫੀਲਡ ਹੈ ਊਰਜਾ। ਤੁਸੀਂ ਦੇਖ ਕੇ ਦੇਖਿਓ ਕਦੇ ਸਵੇਰੇ ਜਦੋਂ ਸੂਰਜ ਨਿਕਲ ਰਿਹਾ ਹੁੰਦਾ, ਵੱਡੇ ਸਾਰੇ ਦਰਖਤ ਵੱਲ ਦੇਖੋ ਤਾਂ ਤੁਹਾਨੂੰ ਲੱਗੇਗਾ ਕਿ ਜਿਹੜਾ ਦਰਖਤ ਦਾ ਉੱਪਰਲਾ ਹਿੱਸਾ ਉਹ ਬਣਿਆ ਹੋਇਆ, ਉਹਦੇ ਉੱਪਰ ਇੱਕ ਥਿਕ ਲੇਅਰ ਹੈ ਜਿਹੜੀ ਕਿ ਬਾਕੀਆਂ ਨਾਲੋਂ ਥੋੜ੍ਹੀ ਡਿਫਰੈਂਟ ਹੈ। ਉਹ ਕੀ ਹੈ? ਉਹ ਜਿਹੜੀ ਦਰਖਤ ਦੀ ਊਰਜਾ ਹੈ ਤੇ ਉਹਦੀ ਊਰਜਾ ਦਾ ਜੰਕਸ਼ਨ ਹੈ, ਉਹ ਕਾਸਮਿਕ ਊਰਜਾ ਉਹਦਾ। ਤਾਂ ਉਹ ਊਰਜਾ ਉਹਨੂੰ ਫੀਡ ਕਰ ਰਹੀ ਹੈ, ਤੇ ਊਰਜਾ ਫਿਰ ਆਪਣਾ ਕੰਮ ਕਰਕੇ ਉਹਦੇ ਅੰਦਰ ਫਿਰ ਵਾਪਸ ਜਾ ਰਹੀ ਹੈ, ਉਹਦੇ ਅੰਦਰ ਉਹ ਫੀਲਡ ਬਣ ਜਾਂਦਾ। ਤਾਂ ਉਸੇ ਸ਼ੇਪ 'ਚ ਤੁਹਾਨੂੰ ਫੀਲਡ ਵੀ ਦਿਸ ਜਾਏਗਾ ਕਿਤੇ ਨਾ ਕਿਤੇ। ਸੇਮ ਸਾਡੇ ਵੀ ਹੁੰਦਾ, ਮਨੁੱਖਾਂ ਦੇ ਵੀ ਹਰ ਪਦਾਰਥ ਦੇ ਅਰਾਊਂਡ ਇੱਕ ਫੀਲਡ ਆਫ ਐਨਰਜੀ ਹੁੰਦਾ। ਤਾਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ। ਸੋ ਉਹ ਕੀ ਹੁੰਦਾ, ਜਦੋਂ ਵੀ ਇਹ ਸਾਰਾ ਕੁਝ ਕਰਦੇ ਹਾਂ ਆਪਾਂ, ਤਾਂ ਜਿਹੜਾ ਸਾਡਾ ਕਨੈਕਸ਼ਨ ਹੁੰਦਾ ਕਾਸਮਿਕ ਊਰਜਾ ਨਾਲ, ਉਹ ਉਹਦੇ ਅਕੋਰਡਿੰਗਲੀ ਬਦਲਦਾ, ਤੇ ਬਦਲਦਾ ਤਾਂ ਫਿਰ ਸਾਨੂੰ ਫੀਲਿੰਗ ਬਦਲ ਜਾਂਦੀ ਹੈ। ਉਹ ਜਿਹੜਾ ਸਾਡਾ ਔਰਾ ਹੁੰਦਾ, ਸਾਡੇ ਅੰਦਰ ਜਿਹੜੀ ਐਨਰਜੀ ਨੂੰ ਰਿਸੀਵ ਕਰਨ ਦੀ ਕੈਪੈਸਿਟੀ ਹੁੰਦੀ ਹੈ, ਉਹ ਬਦਲ ਜਾਂਦੀ ਹੈ। ਤਾਂ ਇਸੇ ਤਰ੍ਹਾਂ ਹੋ ਗਿਆ ਜਦੋਂ ਪਾਣੀ 'ਚ ਤੈਰਦੇ ਆਪਾਂ, ਜਾਂ ਅੱਛਾ ਉਸ ਤੋਂ ਬਾਅਦ ਆ ਗਿਆ ਜੰਪਿੰਗ।
ਵਰਟੀਕਲ ਜੰਪਿੰਗ, ਉਹਦੇ ਬੱਚਿਆਂ ਵਾਸਤੇ ਇੱਕ ਬਣਾਏ ਨਹੀਂ ਹੁੰਦੇ, ਬੱਚਾ ਜ਼ੋਰ ਦੀ ਛੱਲਾ ਤੇ, ਹਾਂ ਕੀ ਕਹਿੰਦੇ ਉਹਨੂੰ, ਹਾਂ ਮੰਜੀ। ਦੇਖੋ ਕਿੱਡੀ ਸਾਇੰਟੀਫਿਕ ਗੱਲ ਆ। ਬੱਚਾ ਥੋੜਾ ਜਿਹਾ ਜੰਪ ਕਰਦਾ ਤੇ ਉਹ ਉਛਾਲਦਾ ਉਹਨੂੰ, ਬੱਚੇ ਨੂੰ, ਨਾਲ ਤਾਂ ਬੱਚਾ ਖੁਸ਼ ਹੁੰਦਾ। ਔਰ ਬੱਚਾ ਖੁਸ਼ ਹੁੰਦਾ ਤਾਂ ਮਤਲਬ ਕੀ ਹੈ ਕਿ ਬੱਚਾ ਉਹ ਫੀਲ ਕਰਦਾ ਉਸਨੂੰ, ਬੱਚਾ ਉਸ ਊਰਜਾ ਦਾ ਇਫੈਕਟ ਫੀਲ ਕਰਦਾ, ਤਾਂ ਹੀ ਖੁਸ਼ ਹੁੰਦਾ ਨਾ। ਤੁਸੀਂ ਕਰਕੇ ਦੇਖੋ, ਤੁਸੀਂ ਵੀ ਖੁਸ਼ ਹੋਵੋਗੇ। ਆਪਾਂ ਤਾਂ ਹੁਣ ਸ਼ਰਮ ਦੇ ਉਹਦੇ ਚੜ੍ਹਦੇ ਨਹੀਂ ਨਾ। ਦੇਖੋ ਤੁਸੀਂ ਉਹਦੇ ਤੇ ਤੁਸੀਂ ਖੁਦ ਵੀ ਜੰਪ ਕਰਕੇ ਦੇਖਿਓ ਤਾਂ ਉਹ ਤੁਹਾਨੂੰ ਵੀ ਉੱਦਾਂ ਦੀ ਫੀਲਿੰਗ ਦੇਗਾ। ਤੁਸੀਂ ਵਰਟੀਕਲੀ ਜੰਪ ਕਰੋਗੇ ਤਾਂ ਤੁਹਾਡੀ ਜਿਹੜੀ ਵਰਟੀਕਲ ਊਰਜਾ, ਕਿਉਂਕਿ ਜਿਹੜੀ ਹਿਊਮਨ ਬਾਡੀ ਹੈ ਦੋਨੋਂ ਡਾਇਰੈਕਸ਼ਨ 'ਚ ਵਾਈਬਰੇਟ ਕਰਦੀ ਹੈ, ਹੌਰੀਜ਼ੌਂਟਲੀ ਵੀ ਕਰਦੀ ਹੈ ਅਤੇ ਵਰਟੀਕਲੀ ਵੀ ਕਰਦੀ ਰਹਿੰਦੀ ਹੈ। ਰੂਟੀਨ 'ਚ ਵੀ ਕਰਦੀ ਹੈ। ਰੂਟੀਨ 'ਚ ਕਿਉਂ ਕਰਦੀ ਹੈ? ਕਿਉਂਕਿ ਧਰਤੀ ਖੁਦ ਵਾਈਬਰੇਟਿੰਗ ਹੈ। ਧਰਤੀ ਦੇ ਅੰਦਰ ਵੀ ਤਾਂ ਵਾਈਬਰੇਸ਼ਨ ਹੁੰਦੀ ਹੈ ਨਾ। ਤੁਸੀਂ ਕਦੀ ਦੇਖਿਆ ਵੀ ਜਦੋਂ ਕੋਈ ਰੇਲ ਗੱਡੀ ਲੰਘਦੀ ਤੁਹਾਡੇ ਆਲੇ ਦੁਆਲੇ ਮਤਲਬ ਲਾਈਨ ਹੋਵੇ, ਤੁਹਾਡੇ ਘਰ ਤੱਕ ਧਮਕ ਆਉਂਦੀ ਹੈ, ਇਹਦਾ ਮਤਲਬ ਉਹ ਵਾਈਬਰੇਸ਼ਨ ਧਰਤੀ 'ਚ ਵੀ ਹੁੰਦੀ ਹੈ, ਜਿਹੜੀ ਕਿ ਤੁਸੀਂ ਫੀਲ ਕਰ ਸਕਦੇ ਹੋ। ਅਤੇ ਉਹ ਜਿਹੜੀ ਨਹੀਂ ਕੀ ਹੈ, ਭੂਚਾਲ ਕੀ ਹੈ? ਭੂਚਾਲ ਦਾ ਜਿਹੜਾ ਰਿਚਰ ਸਕੇਲ 7 ਪੁਆਇੰਟ ਸਮਥਿੰਗ 'ਤੇ ਜਾ ਕੇ ਤਬਾਹੀ ਹੁੰਦੀ ਹੈ, ਉਹ ਜਿਹੜਾ ਰਿਚਰ ਸਕੇਲ ਹੈ ਉਹ 1-2 ਤਾਂ ਹਮੇਸ਼ਾ ਹੀ ਰਹਿੰਦੀ ਹੈ ਨਾ। ਉਹ ਰਿਚਰ ਸਕੇਲ ਕੀ ਹੈ? ਰਿਚਰ ਸਕੇਲ ਇਜ਼ ਅ ਮੈਜ਼ਰ ਆਫ ਵਾਈਬਰੇਸ਼ਨ ਆਫ ਦਾ ਅਰਥ, ਕਿ ਅਰਥ ਕਿਸ ਸਪੀਡ 'ਤੇ ਵਾਈਬਰੇਟ ਕਰ ਰਹੀ ਹੈ। ਜੇ 1-2 ਤੱਕ ਹੈ ਤਾਂ ਨੋਰਮਲੀ ਹੈਗੀ ਹੈ ਅਰਥ ਦੀ, ਲੈ 4-5 ਤੱਕ ਹੈ ਤਾਂ ਥੋੜ੍ਹਾ ਉਹਦਾ ਪਤਾ ਲੱਗੂਗਾ ਉਹਨੂੰ, 7 'ਤੇ ਜਾ ਕੇ ਫਿਰ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਹਦਾ ਮਤਲਬ ਹੈ ਧਰਤੀ ਵੀ ਵਾਈਬਰੇਟ ਕਰਦੀ ਹੈ, ਪਾਣੀ ਵੀ ਵਾਈਬਰੇਟ ਕਰਦਾ ਹੈ, ਹਵਾ ਵੀ ਵਾਈਬਰੇਟ ਕਰਦੀ ਹੈ, ਹਰ ਚੀਜ਼ ਜਿਹੜੀ ਪਦਾਰਥ ਹੈ ਉਹ ਵਾਈਬਰੇਟ ਕਰਦੀ ਹੈ। ਤਾਂ ਇਸ ਕਰਕੇ ਉਹ ਵਾਈਬਰੇਸ਼ਨ ਜਿਹੜੀ ਹੈ ਜਦੋਂ ਜੰਪ ਕਰਦੇ ਹੋ ਤਾਂ ਉਹ ਇੱਕ ਫਾਰਮ ਹੈ। ਜੇ ਤੁਸੀਂ ਉਹਦੇ 'ਤੇ ਉਹਦਾ ਰੂਟੀਨ ਜੰਪ ਕਰਕੇ ਦੇਖੋ ਤਾਂ ਵੀ ਤੁਹਾਨੂੰ ਅੱਛੀ ਫੀਲਿੰਗ ਹੋਏਗੀ। ਆਪਾਂ ਕਹਿੰਦੇ ਉਹ ਜੰਪ ਕਰੋ। ਰੱਸੀ ਟੱਪਣਾ ਕੀ ਹੈ? ਆਪਾਂ ਕਹਿੰਦੇ ਬੱਚੀਆਂ ਨੂੰ ਕਹਿੰਦੇ ਰੱਸੀ ਟੱਪੋ, ਉਹ ਵੀ ਹੈ। ਡਾਂਸਿੰਗ, ਹਾਂ ਬਿਲਕੁਲ, ਡਾਂਸਿੰਗ ਤੁਸੀਂ ਨੱਚਦੇ ਹੋ, ਤੁਸੀਂ ਸਵੇਰੇ ਨੰਗੇ ਪੈਰ ਤੁਰੋ ਅਤੇ ਆਪਣੇ ਪੈਰ ਨੂੰ ਜ਼ੋਰ ਦੀ ਧਰਤੀ 'ਤੇ ਥੱਪ ਕਰਕੇ ਮਾਰੋ। ਤੁਸੀਂ ਉਹਦੇ ਨਾਲ ਫੀਲ ਕਰੋਗੇ ਤਾਂ ਮਤਲਬ ਅੱਛਾ ਲੱਗ ਰਿਹਾ, ਫੀਲਿੰਗ ਗੁੱਡ, ਤੁਹਾਡੀ ਬਾਡੀ ਨੂੰ ਚੁਸਤੀ ਆਉਂਦੀ ਹੈ। ਉਹਦੇ 'ਚ ਜ਼ੋਰ ਦੀ ਪੈਰ ਥੱਲੇ ਮਾਰਦੇ ਹੋ ਤੁਸੀਂ, ਅਤੇ ਜਦੋਂ ਚੱਲਦੇ ਹੋ ਤਾਂ ਉਹ ਵੀ ਆਪਣੇ ਆਪ 'ਚ ਇੱਕ ਕਿਸਮ ਦੀ ਵਾਈਬਰੇਸ਼ਨ ਹੋ ਗਈ। ਅਤੇ ਵਾਈਬਰੇਸ਼ਨ ਦੀਆਂ ਅਲੱਗ-ਅਲੱਗ, ਲਾਫਟਰ ਕੀ ਹੈ? ਲਾਊਡ ਲਾਫਟਰ, ਲਾਊਡ ਸਿੰਗਿੰਗ, ਉਹ ਵੀ ਵਾਈਬਰੇਸ਼ਨ ਹੈ। ਸੋ ਸਾਰੀ ਕੀ ਨੇ, ਅਸੀਂ ਉਹ ਸਾਰੀਆਂ ਨੂੰ ਯੂਜ਼ ਕਰਦੇ ਹਾਂ। ਲਾਫਟਰ ਥੈਰੇਪੀ ਦੇ ਰਹੇ ਹਾਂ ਅਸੀਂ, ਲਾਫਟਰ ਥੈਰੇਪੀ ਦਾ ਨੇਮ ਕਿਆ? ਡਾਂਸਿੰਗ ਹੈ, ਡਾਂਸ ਕਰੋ। ਸੋ ਇਹ ਸਾਰੀਆਂ ਕੀ ਨੇ? ਵਾਈਬਰੇਸ਼ਨਲ ਮੈਡੀਸਨ ਦਾ ਪਾਰਟ, ਵਾਈਬਰੇਸ਼ਨਲ ਮੈਡੀਸਨ ਹੈ। ਵਾਈਬਰੇਸ਼ਨਲ ਮੈਡੀਸਨ ਕੋਈ ਉਹ ਨਹੀਂ ਹੈ, ਕੋਈ ਮਿਸਟਿਕ ਚੀਜ਼ ਹੈ ਜਾਂ ਕੋਈ ਬੜੇ ਇਹਦਾ ਕੋਈ ਸਪੈਸ਼ਲਿਸਟ, ਇਹਦਾ ਸਪੈਸ਼ਲਿਸਟ ਸਾਰੇ ਹੀ ਨੇ, ਸਾਰੇ ਇਹਦੇ ਸਪੈਸ਼ਲਿਸਟ ਨੇ। ਤਾਂ ਹੀ ਆਪਾਂ ਇਹਨੂੰ ਇਹਦੇ 'ਚ ਇਨਕਲੂਡ ਕਰ ਰਹੇ ਹਾਂ, ਬੀ ਯੂਰ ਓਨ ਡਾਕਟਰ, ਕਿਉਂਕਿ ਇਹਦੇ ਡਾਕਟਰ ਸਾਰੇ ਹੀ ਆਪਾਂ ਸਾਰੇ ਵਾਈਬਰੇਸ਼ਨਲ ਮੈਡੀਸਨ ਦੇ ਡਾਕਟਰ ਹਾਂ, ਕਿਉਂਕਿ ਇਹ ਵਾਈਬਰੇਸ਼ਨ ਫ੍ਰੀ ਹੈ। ਸਿਰਫ ਤੁਹਾਨੂੰ ਚੇਤਨ ਹੋਣਾ, ਜਾਣਨਾ ਕਿ ਇੱਦਾਂ ਕਰ ਲਓ, ਜਾਣਨਾ ਹੀ ਹੈ ਨਾ ਕਿ ਫਲਾਣੇ ਪੁਆਇੰਟ ਨੂੰ ਟੈਪ ਕਰ ਲਓ, ਫਲਾਣੇ ਪੁਆਇੰਟ ਨੂੰ ਦੱਬ ਲਓ, ਫਲਾਣਾ ਸਿਰ ਝੱਸ ਲਓ। ਕੀ ਇਹਦੇ 'ਚ ਕੋਈ ਡਾਕਟਰ ਥੋੜ੍ਹਾ ਹੈ, ਹਰ ਬੰਦਾ ਜਾਣਦਾ। ਸਾਡੇ ਪੁਰਖੇ ਜ਼ਿਆਦਾ ਜਾਣਦੇ ਸੀਗੇ, ਤਾਂ ਹੋ ਗਿਆ। ਫਿਰ ਤੁਹਾਡੇ ਜਦੋਂ ਤੁਸੀਂ ਕੋਈ ਤਬਲਾ ਵਜਾਉਂਦੇ ਹੋ, ਢੋਲਕੀ ਵਜਾਉਂਦੇ ਹੋ, ਸਾਰਾ ਉੱਦਾਂ ਦਾ, ਉਹ ਵੀ ਉੱਦਾਂ ਦਾ ਹੋ ਗਿਆ। ਅਤੇ ਇਹ ਕਿਤੇ ਨਾ ਕਿਤੇ ਜਿਹੜਾ ਸਾਰਾ ਵਰਤਾਰਾ ਹੈ, ਇਹ ਵਾਈਬਰੇਸ਼ਨਲ ਮੈਡੀਸਨ ਜਿਹੜੀ ਹੈ ਉਹ ਹੈ, ਜਿਹੜੀ ਕਿ ਬਹੁਤ ਹੀ ਹੀਲਿੰਗ ਪਾਵਰ ਹੈ ਇਹਦੇ ਅੰਦਰ। ਡਾਕਟਰ ਸਾਹਿਬ, ਇਹਦੇ ਵਿੱਚ ਹੁਣ ਆਪਾਂ ਨੇ ਅਲੱਗ ਜਿਹੜੀਆਂ ਚੀਜ਼ਾਂ ਦੱਸੀਆਂ ਹੈਗੀਆਂ ਨੇ ਵੀ ਜਿਹਦੇ ਨਾਲ ਜਿਹੜਾ ਉਹ ਬਾਡੀ ਦੀ ਨੂੰ ਊਰਜਾ ਦੇ ਨਾਲ ਜਿਹੜਾ ਊਰਜਾ ਦਾ ਸੰਤੁਲਨ ਬੈਠਦਾ ਅਤੇ ਉਹਦੇ ਨਾਲ ਸਰੀਰ ਦੀ ਤੰਦਰੁਸਤੀ ਆਉਂਦੀ ਹੈ। ਕੁਝ ਖਾਸ ਚੀਜ਼ਾਂ ਵੀ ਅਜਿਹੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਕੁਝ ਖਾਸ ਤਰ੍ਹਾਂ ਦੀਆਂ ਵਿਕ੍ਰਿਤੀਆਂ ਯਾਨੀ ਕੋਈ ਖਰਾਬੀਆਂ ਆਈਆਂ ਹੋਣ ਬਾਡੀ ਦੇ ਅੰਦਰ ਅਤੇ ਉਹਦੇ ਨਾਲ ਵੀ ਉਹ ਠੀਕ ਹੋ ਜਾਣ। ਜਿਸ ਤਰ੍ਹਾਂ ਆਪਣੇ ਕੋਲ ਇੱਕ ਵਾਈਬਰੇਟਰ ਇੰਸਟਰੂਮੈਂਟ ਹੁੰਦਾ, ਉਹ ਅਗਰ ਬਾਡੀ ਦੇ ਉੱਤੇ ਲਗਾਇਆ ਜਾਵੇ ਤਾਂ ਉਹਦੇ ਨਾਲ ਜਿਹੜਾ ਉਹ ਬਾਡੀ ਜਿਹੜੀ ਆ ਉਹ ਕਾਫੀ ਰਿਲੈਕਸ ਫੀਲ ਹੁੰਦਾ। ਇਸ ਤਰ੍ਹਾਂ ਕੋਈ ਖਾਸ ਇੰਸਟਰੂਮੈਂਟ ਹੋਣ ਜਿਹਦੇ ਨਾਲ ਪਰਟੀਕੂਲਰ ਬਿਮਾਰੀਆਂ ਠੀਕ ਹੁੰਦੀਆਂ ਹੋਣ? ਬਿਲਕੁਲ, ਬਹੁਤ ਵਧੀਆ ਸਵਾਲ ਕੀਤਾ, ਮਿਸ ਹੋ ਜਾਣਾ ਚਾਹੀਦਾ ਹੈ। ਬਹੁਤ ਸਾਰੀਆਂ ਮਸ਼ੀਨਾਂ ਬਣ ਗਈਆਂ ਹੋਈਆਂ ਨੇ, ਕਿਉਂਕਿ ਮਸ਼ੀਨਾਂ ਦਾ ਯੁੱਗ ਹੈ, ਹਰ ਚੀਜ਼ ਦੀ ਮਸ਼ੀਨ ਬਣਾ ਲੈਂਦੇ ਆਪਾਂ। ਉਹਦੀ ਦੇਖੀ ਆਹੋ, ਹੁਣ ਤੁਹਾਡੇ ਵਾਈਬਰੇਸ਼ਨ ਵਾਲੀ ਮਸ਼ੀਨਾਂ ਵੀ ਬਣ ਗਈਆਂ ਅਤੇ ਤੁਹਾਡੇ ਉਹ ਲੱਤਾਂ ਘੁੱਟਣ ਵਾਲੀਆਂ ਅਤੇ ਬਾਡੀ ਮਸਾਜ ਕਰਨ, ਮਸਾਜ ਦੀਆਂ ਮਸ਼ੀਨਾਂ ਨੇ, ਮਸਾਜ ਦੀਆਂ ਅਲੱਗ-ਅਲੱਗ ਮਸ਼ੀਨਾਂ, ਪੈਰ ਮਸਾਜ ਕਰਨ ਵਾਲੀ ਮਸ਼ੀਨ ਅਲੱਗ ਹੈ, ਲੱਤਾਂ ਵਾਲੀ ਅਲੱਗ ਹੈ, ਪਿੱਠ ਵਾਲੀ ਅਲੱਗ ਹੈ, ਹੋਲ ਬਾਡੀ ਅਲੱਗ ਹੈ। ਹੋਲ ਬਾਡੀ ਕੁਰਸੀ ਆ ਗਈ ਹੈ, ਉਹ ਸਾਰੀ ਬਾਡੀ ਨੂੰ ਮਸਾਜ ਕਰ ਦਿੰਦੀ ਹੈ। ਸੈਰਾ ਜਿਮ ਵਾਲਾ ਉਹ ਵੀ ਤਾਂ ਮਸਾਜ ਹੀ
ਸਾਰਾ ਜਿਮ ਦੀ ਮਸ਼ੀਨ ਜੀ ਹੁੰਦੀ ਹੈ ਤੇ ਪੈ ਜਾਓ ਪੱਥਰ ਬਿਲਕੁਲ ਉਹ ਵੀ ਮਸਾਜ ਹੈ, ਉਹ ਵੀ ਮਸਾਜ ਹੈ। ਉਸ ਤੋਂ ਬਾਅਦ ਤੁਹਾਡੀ ਜਿਹੜੀ ਇੱਕ ਮਸ਼ੀਨ ਆ ਗਈ ਜਿਹੜੀ ਵਰਟੀਕਲੀ ਤੁਹਾਨੂੰ ਵਾਈਬ੍ਰੇਟ ਕਰਦੀ ਹੈ। ਤੁਸੀਂ ਜਦੋਂ ਉੱਪਰ ਖੜੇ ਹੋ ਜਾਓ ਤਾਂ ਤੁਹਾਨੂੰ ਫੜ ਕੇ ਖੜਾ ਹੁੰਦਾ ਤਾਂ ਸਾਰੀ ਬੋਡੀ ਨੂੰ ਪੂਰਾ ਸ਼ੇਕ ਕਰ ਦਿੰਦੀ ਹੈ, ਪੂਰਾ ਸ਼ੇਕ ਕਰ ਦਿੰਦੀ ਹੈ। ਉਹਨੂੰ ਫੜ ਕੇ ਖੜਨਾ ਪੈਂਦਾ, ਡਰ ਲੱਗਦਾ ਕਿਤੇ ਬੰਦਾ ਗਿਰੀ ਨਾ ਜਾਵੇ। ਫਿਰ ਤੁਹਾਡੇ ਆ ਵਾਈਬ੍ਰੇਟਰ ਦੂਜੇ ਛੋਟੇ ਆ ਗਏ ਹੋਏ ਆ, ਕਿਸੇ ਪਾਰਟ ਮੱਛੀ ਵਾਈਬ੍ਰੇਟਰ ਨਾਲ ਤੁਸੀਂ ਕਿਸੇ ਪਾਰਟ 'ਤੇ ਜਿਹੜਾ ਪਾਰਟ ਤੁਹਾਡਾ ਦੁਖ ਰਿਹਾ ਉੱਥੇ ਲਾ ਦਿਓ ਥੋੜ੍ਹੀ ਦੇਰ, ਤਾਂ ਉਹ ਤੁਹਾਨੂੰ ਬਹੁਤ ਅੱਛੀ ਫੀਲਿੰਗ ਦੇਗਾ, ਵਾਈਬ੍ਰੇਸ਼ਨ ਕਰ ਦੇਗਾ। ਦੂਜੀ ਗੱਲ, ਇਹਦੇ ਨਾਲ ਵੂੰਡ ਹੀਲਿੰਗ ਬਹੁਤ ਜਲਦੀ ਹੋ ਜਾਂਦੀ ਹੈ, ਉਹਦਾ ਪੱਕਾ ਪ੍ਰੂਫ ਹੈ। ਮਤਲਬ ਸ਼ੂਗਰ ਦਾ ਮਰੀਜ਼ ਆ, ਉਹਦਾ ਕੋਈ ਜ਼ਖਮ ਹੀਲ ਨਹੀਂ ਹੋ ਰਿਹਾ, ਤਾਂ ਉਹਦੇ ਨੇੜੇ ਤੁਸੀਂ ਵਾਈਬ੍ਰੇਟਰ ਲਾ ਦਿਓ ਦੇ ਆਲੇ ਦੁਆਲੇ। ਵਾਈਬ੍ਰੇਟਰ ਦਾ ਬਹੁਤ ਸਭ ਤੋਂ ਫਾਈਨ ਵਾਈਬ੍ਰੇਟਰ ਹੁੰਦਾ ਟਿਊਨਿੰਗ ਫੋਕ। ਉਹ ਡਾਕਟਰ ਅਵਦੇਸ਼ ਨੇ ਵੀ ਇੱਕ ਦਿਨ ਗੱਲ ਕੀਤੀ ਸੀ ਉੱਥੇ ਕਿਤੇ ਮੀਟਿੰਗ। ਸਮਝ ਨਹੀਂ ਆਈ ਉਹ ਟਿਊਨਿੰਗ ਫੋਕ ਹੁੰਦੀ ਹੈ। ਆਪਾਂ ਇੱਥੇ ਸਾਇੰਸ ਵਾਲੀ ਦੁਕਾਨ ਤੋਂ ਮਿਲਦੇ ਆ, ਟਿਊਨਿੰਗ ਫੋਕ ਨਾਲ ਕਰਕੇ ਦਿਖਾਵਾਂਗੇ ਆਪਾਂ। ਉਹ ਟਿਊਨਿੰਗ ਫੋਕ ਨਾਲ ਕਿਵੇਂ ਤੁਸੀਂ ਹੀਲ ਕਰ ਸਕਦੇ ਹੋ। ਉਹ ਬਾਕੀ ਬਹੁਤ ਸਾਰੀਆਂ ਈਵਨ ਹੈਡੇਕ ਹੀਲ ਕਰ ਸਕਦੇ ਹੋ, ਤੁਸੀਂ ਸਿਰ ਦਰਦ ਹੀਲ ਕਰ ਸਕਦੇ ਹੋ ਟਿਊਨਿੰਗ ਫੋਕ ਨਾਲ। ਟਿਊਨਿੰਗ ਫੋਕ ਉਹ ਜਿੱਦਾਂ ਮੰਦਰ ਦੀ ਘੰਟੀ ਹੈ, ਜਦੋਂ ਤੁਸੀਂ ਵਜਾਉਂਦੇ ਹੋ ਤਾਂ ਘੰਟੀ ਬਣਾਈ ਇਸ ਹਿਸਾਬ ਨਾਲ ਹੁੰਦੀ ਹੈ ਕਿ ਉਹ ਬਹੁਤ ਲੰਬਾ ਸਮਾਂ ਜੋ ਟਨ ਵੱਜਦੀ ਤਾਂ ਟਨ ਜਿਹੜਾ ਲੰਬਾ ਹੋ ਜਾਂਦਾ, ਉਹ ਟਨ ਬਹੁਤ ਲੰਬਾ ਹੋ ਜਾਂਦਾ। ਉਹ ਜਿਹੜਾ ਲੰਬਾ ਹੁੰਦਾ ਤਾਂ that has a soothing effect, ਕਿਉਂਕਿ ਉਹ ਊਰਜਾ ਫਿਰ ਕਾਸਮਿਕ ਊਰਜਾ ਨਾਲ ਰਲਦੀ ਹੈ, ਜਾ ਕੇ ਕਾਸਮਿਕ ਊਰਜਾ ਦਾ ਪਾਰਟ ਬਣ ਜਾਂਦੀ ਹੈ ਤੇ ਪੂਰੀ ਕਾਸਮਿਕ ਊਰਜਾ ਨੂੰ ਵਾਈਬ੍ਰੇਟ ਕਰਦੀ ਹੈ। ਉਹ ਇੱਦਾਂ ਦੀ ਬਣ ਜਾਂਦੀ ਹੈ। ਇਸ ਤਰ੍ਹਾਂ ਸ਼ੰਖ ਵਜਾਉਂਦੇ ਹੁੰਦੇ ਸੀਗੇ, ਉਹ ਸ਼ੰਖ ਦੀ ਸਾਊਂਡ ਵੀ ਇੱਦਾਂ ਦੀ ਹੈ ਕਿ ਸ਼ੰਖ ਜਦੋਂ ਤੁਸੀਂ ਵਜਾਓਗੇ ਤਾਂ ਸ਼ੰਖ ਜਿਹੜੀ ਤੁਹਾਡੀ ਆਲੇ ਵਾਲੀ ਊਰਜਾ ਉਹਨੂੰ ਵੀ ਨਾਲ ਵਾਈਬ੍ਰੇਟ ਕਰਨ ਲਾ ਦੂਗਾ। ਤਾਂ ਕੁਛ ਇੰਸਟਰੂਮੈਂਟ ਜਾਂ ਕੁਛ ਸਾਊਂਡ ਇੱਦਾਂ ਦੀਆਂ ਹੁੰਦੀਆਂ ਨੇ ਜਿੱਥੇ ਓਮ ਉਚਾਰਨ ਹੈ। ਮੰਨ ਲਓ ਤੁਸੀਂ 50 ਬੰਦਿਆਂ ਦਾ ਗਰੁੱਪ ਜਿਹੜਾ ਹੈ ਓਮ ਉਚਾਰਨ ਕਰ ਰਿਹਾ ਇਕੱਠਾ। ਮੰਤਰ ਵੀ ਜਿਹੜੇ ਪੰਡਤ ਮੰਤਰ ਜਿਹੜੇ ਮਿਲ ਕੇ ਕਰਦੇ ਨੇ ਉਹ ਬੜਾ ਅੱਛਾ ਲੱਗ ਰਿਹਾ। ਹਾਂ, ਉਹ ਕਰਦੇ ਬਿਲਕੁਲ ਸਰ। ਤੇ ਇਹ ਜਿਹੜਾ ਯੋਗਾ ਦੀ ਕਲਾਸ 'ਚ ਜਿਹੜਾ ਕਰਦੇ ਹੁੰਦਾ ਹੈ, ਜਦੋਂ ਕਲਾਸ 'ਚ ਕਰਾਉਂਦੇ ਆਪਾਂ ਤੇ ਮੰਤਰ ਉਚਾਰਨ ਇਕੱਠਾ ਕਰਦੇ ਹਾਂ ਤਾਂ ਤੁਸੀਂ ਉਹਦੇ ਆਲੇ ਦੁਆਲੇ ਦੇ ਬੰਦਿਆਂ ਦੇ ਉੱਪਰ ਵੀ ਜ਼ਿਆਦਾ ਇਫੈਕਟ ਬਜਾਏਗਾ ਸਾਰਾ ਜੋ ਓਮ ਉਚਾਰਨ ਦੇ ਵਿੱਚ। ਤਾਂ ਉਹ ਕਿਤੇ ਨਾ ਕਿਤੇ ਮੰਤਰਾ ਉਚਾਰਨ ਇੱਦਾਂ ਹੀ ਸੰਸਕ੍ਰਿਤ ਦੇ ਮੰਤਰ ਬਹੁਤ ਹੀ ਪਿਆਰੇ ਸੀਗੇ ਔਰ ਬਹੁਤ ਰਿਦਮ 'ਚ ਗਾਏ ਜਾਂਦੇ ਸੀ। ਉਹ ਸਾਡੀ ਬਦਕਿਸਮਤੀ ਕਿ ਸਾਡੇ ਲੋਕਾਂ ਨੇ ਉਹਨੂੰ ਸੰਸਕ੍ਰਿਤ ਨੂੰ ਅਡਾਪਟ ਹੀ ਨਹੀਂ ਕੀਤਾ। ਔਰ ਮੈਂ ਸਮਝਦਾ ਕਿ ਅਜੇ ਵੀ ਸਾਨੂੰ ਉਹ ਸੰਸਕ੍ਰਿਤ ਨੂੰ ਅਡਾਪਟ ਕਰਨਾ ਚਾਹੀਦਾ। ਸੰਸਕ੍ਰਿਤ ਬਹੁਤ ਪਿਆਰੀ ਭਾਸ਼ਾ ਔਰ ਉਹਦੇ ਅੰਦਰ ਜਿਹੜੀ ਜੋ ਰਿਦਮ ਹੈ, ਜੋ ਲੈਅ ਹੈ, ਜੋ ਅਮੀਰੀ ਹੈ, ਉਹ ਕਿਸੇ ਹੋਰ ਭਾਸ਼ਾ 'ਚ ਨਹੀਂ ਹੈ। ਉਹ ਸਾਰੀਆਂ ਭਾਸ਼ਾਵਾਂ ਦੀ ਮਾਂ ਹੈ। ਤਾਂ ਕਿਤੇ ਨਾ ਕਿਤੇ ਸੰਸਕ੍ਰਿਤ ਨੂੰ ਆਪਾਂ ਭੁੱਲ ਭੁਲਾ ਗਏ। ਸੰਸਕ੍ਰਿਤ ਦੇ ਮੰਤਰ ਜਿਹੜੇ ਨੇ ਉਹ ਬਹੁਤ ਹੀ ਹੀਲਿੰਗ ਹੁੰਦੇ, ਤਾਂ ਹੀ ਤੇ ਜਿਹੜਾ ਕਰਦੇ ਸੀ ਆਪਾਂ ਕੀ ਕਹਿੰਦੇ ਉਹਨੂੰ ਹਵਨ ਦੇ ਮੰਤਰ ਸੀ। ਕਹਿੰਦੇ ਸੀ ਹਵਨ ਕਰਾ ਲਓ, ਜੇ ਘਰ 'ਚ ਕੋਈ ਦੁੱਖ ਦਰਦ ਹੁੰਦਾ ਸੀ ਨਾ ਕਹਿੰਦੇ ਸੀ ਹਵਨ ਕਰਾ ਲਓ। ਉਹ ਹਵਨ ਦਾ ਮਤਲਬ ਕੀ ਹੁੰਦਾ? ਇਹੀ ਹੁੰਦਾ। ਹੁਣ ਵੀ ਆਪਾਂ ਜਦੋਂ ਕਹਿੰਦੇ ਹਾਂ ਘਰ 'ਚ ਕੋਈ ਦੁੱਖ ਕਲੇਸ਼ ਹੋਵੇ ਤਾਂ ਕਹਿੰਦੇ ਕੀਰਤਨ ਕਰਾ ਲਓ। ਕੀਰਤਨ ਜਦੋਂ ਆਉਂਦਾ ਤਾਂ ਜਦੋਂ ਕੀਰਤਨ ਹੁੰਦਾ ਉਹਦੇ ਅੰਦਰ ਜਦੋਂ ਮਿਊਜ਼ਿਕ ਦੇ ਨਾਲ ਸਾਰੇ ਲੋਕ ਕੀਰਤਨ ਕਰਦੇ ਆ ਉਹਦਾ ਆਪਣਾ ਇੱਕ ਇਫੈਕਟ ਹੁੰਦਾ। ਝਾੜੇ ਵਾਲੇ ਵੀ ਹੁੰਦੇ ਨੇ। ਹਾਂ, ਉਹ ਤਾਂ ਮਿਊਜ਼ਿਕ ਕਿਸੇ 'ਚ ਵੀ ਚੀਜ਼ 'ਚ ਹੋਏਗਾ ਤਾਂ ਉਹਦਾ ਜਿਹੜਾ ਇਫੈਕਟ ਹੋਏਗਾ। ਸੋ ਇਸ ਕਿਸਮ ਦਾ ਜਿਹੜੇ ਉਹ ਮਸ਼ੀਨਾਂ ਨੇ ਉਹ ਬਣ ਗਈਆਂ ਹੋਈਆਂ ਨੇ। ਜਿਮ ਦੇ ਵਿੱਚ ਪਟਾ ਲਾ ਕੇ ਇੱਥੇ ਆਪਾਂ ਕਰਦੇ ਨੇ ਪੇਟ ਘਟਾਉਣ ਵਾਲਾ ਵਾਈਬ੍ਰੇਸ਼ਨ। ਬਿਲਕੁਲ ਵਾਈਬ੍ਰੇਟਰ ਫੈਟ ਡਿਜ਼ੋਲਵ ਕਰਨ ਲਈ ਹੁੰਦਾ। ਉਹ ਫਿਜ਼ੀਓਥੈਰੇਪੀ ਦਾ ਹੁੰਦਾ, ਫਿਜ਼ੀਓਥੈਰੇਪੀ ਯੂਜ਼ ਹੁੰਦਾ ਪਟਾ ਉਹੀ ਵਾਈਬ੍ਰੇਸ਼ਨ ਹੈ। ਤਾਂ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਜਿਹੜਾ ਆਪਾਂ ਕਰਦੇ ਹਾਂ ਇਹਨੂੰ ਫਿਜ਼ੀਓਥੈਰੇਪੀ ਦੇ ਵਿੱਚ ਵੀ ਯੂਜ਼ ਕਰਦੇ ਹਾਂ, ਐਕੂਪ੍ਰੈਸ਼ਰ ਵਾਲੇ ਵੀ ਯੂਜ਼ ਕਰਦੇ ਹਾਂ, ਨੈਚੁਰੋਪੈਥੀ ਵਾਲੇ ਵੀ ਯੂਜ਼ ਕਰਦੇ ਹਾਂ। ਸਾਰੇ ਕਿਤੇ ਨਾ ਕਿਤੇ ਜਿਹੜਾ ਇਹ ਵਾਈਬ੍ਰੇਸ਼ਨਲ ਮੈਡੀਸਿਨ ਨੂੰ ਆਪਾਂ ਸਾਰੇ ਯੂਜ਼ ਕਰਦੇ ਹਾਂ। ਔਰ ਇਹ ਕਲਾ ਸਾਨੂੰ ਸਿੱਖਣੀ ਚਾਹੀਦੀ ਹੈ। ਔਰ ਮੇਰੇ ਇਕੱਲੀ ਕਲਾ ਜਿਹੜੀ ਹੈ ਉਹਨੂੰ ਆਪਾਂ ਨੂੰ ਸਿੱਖ ਕੇ ਫਿਰ ਸ਼ੇਅਰ ਕਰਨਾ ਚਾਹੀਦਾ ਲੋਕਾਂ ਨਾਲ। ਕਿ ਜਿਵੇਂ ਟਿਊਨਿੰਗ ਫੋਕ ਵਾਲੀ ਗੱਲ ਹੈ, ਸ਼ੂਗਰ ਦੇ ਹੁਣ ਕਿੰਨੇ ਹੀ ਮਰੀਜ਼ ਨੇ ਜਿਨ੍ਹਾਂ ਦੇ ਅਲਸਰ ਠੀਕ ਨਹੀਂ ਹੁੰਦੇ ਕਿ ਬਾਅਦ 'ਚ ਲੱਤ ਕੱਟਣੀ ਪੈਂਦੀ ਹੈ। ਹੁਣ ਜੇ ਤੁਸੀਂ ਉਹਨੂੰ ਵਾਈਬ੍ਰੇਸ਼ਨ ਨਾਲ ਟਿਊਨਿੰਗ ਫੋਕ ਲਾ ਕੇ ਉਹਦਾ ਜ਼ਖਮ ਜਲਦੀ ਹੀਲ ਕਰ ਸਕਦੇ ਹੋ ਤਾਂ ਬਹੁਤ ਵੰਡਰਫੁਲ ਸਾਇੰਸ ਹੈ। ਕਿੱਥੇ ਤੁਸੀਂ ਉਹਦੇ ਤੁਹਾਡੀ ਤਿੰਗ ਲਓ ਤੁਸੀਂ ਤਾਂ ਵੀ ਲੱਤ ਤੁਸੀਂ ਤਾਂ ਫੇਸ ਕਰ ਚੁੱਕੇ ਹੋ, ਤੁਸੀਂ ਲੰਘ ਚੁੱਕੇ ਹੋ ਉਸ ਪ੍ਰੋਸੈਸ 'ਚੋਂ। ਫਿਰ ਕਿਵੇਂ ਗੈਂਗਰੀਨ ਵੀ ਠੀਕ ਕਰ ਗੈਂਗਰੀਨ ਲਿਮਿਟ 'ਚ ਉੱਥੇ ਰੁਕ ਜਾਏਗੀ। ਉਹ ਜਿੱਥੇ ਖੜੀ ਹੈ ਉੱਥੇ ਰੁਕ ਜਾਏਗੀ। ਉਹ ਉਸ ਤੋਂ ਬਾਅਦ ਹੁਣ ਜੇ ਇੱਕ ਲਿਮਿਟ ਕ੍ਰਾਸ ਕਰ ਚੁੱਕੀ ਤਾਂ ਉਹਨਾਂ ਦਾ ਪਾਰਟ ਜਾਏਗਾ। ਲੇਕਿਨ ਜੇ ਜੋ ਕੱਟਣ ਵਾਲੇ ਸਟੇਜ 'ਚ ਨਹੀਂ ਪਹੁੰਚੀ ਤਾਂ ਜ਼ਖਮ ਹੀਲ ਹੋ ਜਾਏਗਾ, ਉਹਦੀ ਹੀਲਿੰਗ ਹੋ ਜਾਂਦੀ ਹੈ। ਤਾਂ ਇਸ ਕਰਕੇ ਉਹਦੇ ਨਾਲ ਅੱਛੀ ਡਾਈਟ ਦੇ ਨਾਲ ਅੱਛੇ ਜਿਹੜੇ ਉੱਥੋਂ ਦੀ ਪੱਟੀ ਕਰਦੇ ਆ, ਅੱਛਾ ਉਹਦੇ ਬਾਕੀ ਗੱਲਾਂ ਨਾਲ ਰਲਾ ਕੇ ਨਾਲ ਇਹਦਾ ਵੀ ਹੈਲਪ ਲੈ ਸਕਦੇ ਆਪਾਂ ਵਾਈਬ੍ਰੇਸ਼ਨਲ ਮੈਡੀਸਨ ਦੀ। ਤਾਂ ਵਾਈਬ੍ਰੇਸ਼ਨਲ ਮੈਡੀਸਨ ਇੱਕ ਬਹੁਤ ਅੱਛਾ ਟੂਲ ਹੈ
ਜਿਹਨੂੰ ਸਾਨੂੰ ਨੈਚੁਰੋਪੈਥੀ ਦਾ ਜਾਂ ਨੇਚਰ ਕਿਉਰ ਸੈਂਟਰ ਦਾ ਅਸੀਂ ਇੱਥੇ ਸੈਂਟਰ ਦੇ ਅੰਦਰ ਵੀ ਵਾਈਬ੍ਰੇਸ਼ਨਲ ਮੈਡੀਸਨ ਨੂੰ ਹੌਲੀ ਹੌਲੀ ਅਸੀਂ ਇੰਟਰੋਡਿਊਸ ਕਰ ਰਹੇ ਹਾਂ, ਕਿਉਂਕਿ ਉਹਦੇ 'ਚ ਸਾਡੇ ਕੋਲ ਜਿਹੜੇ ਬਾਕੀ ਟੂਲਸ ਨੇ ਉਹਦੇ ਨਾਲ ਇੱਕ ਬਹੁਤ ਵਧੀਆ ਟੂਲ ਵਾਈਬ੍ਰੇਸ਼ਨਲ ਮੈਡੀਸਨ ਦਾ ਵੀ ਹੋ ਜਾਏਗਾ। ਇਹ ਡਾਕਟਰ ਸਾਹਿਬ ਤੁਸੀਂ ਪੇਨ ਨੂੰ ਮੈਨੇਜਮੈਂਟ ਕਰਨ ਦੀ ਗੱਲ ਕੀਤੀ ਹੈਗੀ ਹੈ, ਇਹਦੇ 'ਚ ਵੀ ਜਿਹੜੇ ਵਾਈਬ੍ਰੇਟਰ ਨੇ ਉਹ ਵੀ ਇਹਦੇ 'ਚ ਕੰਮ ਕਰਨਗੇ, ਤੇ ਉਹ ਕਿੱਦਾਂ ਕੰਮ ਕਰਨਗੇ? ਪੇਨ ਮੈਨੇਜਮੈਂਟ ਤਾਂ ਵਾਈਬ੍ਰੇਸ਼ਨ ਨਾਲ ਬਹੁਤ ਹੀ ਵਧੀਆ ਹੁੰਦੀ ਆ। ਉਹਦੇ 'ਚ ਅੰਦਰ ਤੁਹਾਡਾ ਜਿਹੜਾ ਐਕੂਪੰਕਚਰ ਦੇ ਜਿਹੜੀ ਇਲੈਕਟ੍ਰਿਕ ਸਟਿਮੂਲੇਟਰ ਆ ਗਿਆ, ਉਹਦੀ ਆਪਾਂ ਗੱਲ ਨਹੀਂ ਕੀਤੀ। ਜਿਹੜੇ ਟੈਂਸ ਨੇ ਟ੍ਰਾਂਸ ਕੋਟੇਨੀਅਸ ਜਿਹੜੇ ਨੇ ਐਕੂਪੰਕਚਰ ਵਾਲਿਆਂ ਨੇ ਡਿਵੈਲਪ ਕੀਤੇ, ਉਹ ਕਰੰਟ ਲਾਉਂਦੇ ਆ। ਬਿਜਲੀ ਤੱਕ ਵਾਈਬ੍ਰੇਸ਼ਨ ਹੀ ਹੈ, ਇਲੈਕਟ੍ਰਿਸਿਟੀ ਖਾਸ ਕਿਸਮ ਦੀ ਫਰੀਕੁਐਂਸੀ ਦੀ ਵਾਈਬ੍ਰੇਸ਼ਨ ਹੈ। ਬਿਜਲੀ ਮੈਗਨੈਟਿਕ ਥੈਰੇਪੀ, ਮੈਗਨੈਟ ਵੀ ਤਾਂ ਵਾਈਬ੍ਰੇਸ਼ਨ ਹੈ। ਮੈਗਨੈਟਿਕ ਫੀਲਡ ਆਪਣੀ ਕਿਸਮ ਦੀ ਵਾਈਬ੍ਰੇਸ਼ਨ ਹੈ, ਉਹਦੀ ਫਰੀਕੁਐਂਸੀ ਅਲੱਗ-ਅਲੱਗ ਹੈ। ਜਿਹੜੀ ਬਿਜਲੀ ਉਹ ਆਪਣੀ ਕਿਸਮ ਦੀ ਵਾਈਬ੍ਰੇਸ਼ਨ ਹੈ, ਮਿਊਜ਼ਿਕ ਦੀ ਆਪਣੀ ਵਾਈਬ੍ਰੇਸ਼ਨ ਹੈ, ਜਿਹੜੀ ਟਿਊਨਿੰਗ ਫੋਕ ਦੀ ਆਪਣੀ ਵਾਈਬ੍ਰੇਸ਼ਨ ਹੈ, ਵਾਈਬ੍ਰੇਟਰ ਦੀ ਆਪਣੀ ਵਾਈਬ੍ਰੇਸ਼ਨ ਹੈ। ਸੋ ਵਾਈਬ੍ਰੇਸ਼ਨ ਬੇਸਿਕਲੀ ਵਾਈਬ੍ਰੇਸ਼ਨ ਹੀ ਹੈ। ਤਾਂ ਉਹ ਜਿਹੜੇ ਕਿਤੇ ਨਾ ਕਿਤੇ ਜਿਹੜਾ ਇਲੈਕਟ੍ਰਿਕ ਸਟਿਮੂਲੇਟਰ ਨੇ ਐਕੂਪੰਕਚਰ ਦੇ, ਉਹ ਵੀ ਵਾਈਬ੍ਰੇਸ਼ਨ ਆਪਣੇ ਆਪ 'ਚ। ਸੋ ਇਹ ਸਾਰੇ ਵਾਈਬ੍ਰੇਸ਼ਨ ਨੂੰ ਆਪਾਂ ਕਿਤੇ ਨਾ ਕਿਤੇ ਯੂਜ਼ ਕਰ ਸਕਦੇ ਹਾਂ। ਔਰ ਈਵਨ ਜਿਹੜੀਆਂ ਮਾਨਸਿਕ ਬਿਮਾਰੀਆਂ ਨੇ, ਮਾਨਸਿਕ ਬਿਮਾਰੀਆਂ ਦੇ ਅੰਦਰ ਬਹੁਤ ਸਾਰੀ ਵਾਈਬ੍ਰੇਸ਼ਨ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਔਰ ਜਿਹੜੀਆਂ ਬਹੁਤ ਸਾਰੀਆਂ ਫਿਜ਼ੀਕਲ ਬਿਮਾਰੀਆਂ ਨੂੰ ਔਰ ਮਾਨਸਿਕ ਬਿਮਾਰੀਆਂ ਨੂੰ ਆਪਾਂ ਈਵਨ ਜਿਹੜੀ ਇਰੈਕਟਾਈਲ ਡਿਸਫੰਕਸ਼ਨ ਹੈ, ਇਰੈਕਟਾਈਲ ਡਿਸਫੰਕਸ਼ਨ ਜਿਹੜੀ ਉਹਦੇ ਅੰਦਰ ਐਕੂਪੰਕਚਰ ਵਾਲੇ ਜਿਹੜੇ ਨੇ ਉਹ ਵਾਈਬ੍ਰੇਸ਼ਨ ਲਾਉਂਦੇ ਆ ਪਰਟੀਕੁਲਰ ਸੈਂਟਰਾਂ 'ਤੇ। ਪਰਟੀਕੁਲਰ ਐਕੂਪੰਕਚਰ ਦੇ ਸੈਂਟਰ ਨੇ ਜਿਹਦੇ ਉੱਪਰ ਵਾਈਬ੍ਰੇਸ਼ਨ ਲਾ ਕੇ ਜਿਹੜਾ ਸੈਕਸ਼ੂਅਲ ਵੀਕਨੈਸ ਨੂੰ ਦਾ ਇਲਾਜ ਕਰਦੇ ਆ। ਤਾਂ ਉਹ ਆਪਣੇ ਆਪ 'ਚ ਹੀ ਹੈਗੀ ਹੈ ਬਹੁਤ ਅੱਛੀ ਇੱਕ, ਜਿਹਨੂੰ ਕਹਿੰਦੇ ਜਿਹੜੀਆਂ ਬਿਮਾਰੀਆਂ ਦਾ ਕੋਈ ਇਲਾਜ ਹੀ ਨਹੀਂ ਹੈ, ਇਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਵੀ ਜਿਹੜਾ ਉਹ ਸੰਭਵ ਹੋ ਸਕਦਾ ਹੈ ਇਹਨਾਂ ਚੀਜ਼ਾਂ ਦੇ ਨਾਲ। ਇਹਨੂੰ ਡਿਵੈਲਪ ਕਰਨ ਦੀ ਲੋੜ ਹੈ, ਉਹਦੇ ਨਾਲ ਜਿਹੜੇ ਟ੍ਰੇਨਡ ਸਕਿਲਡ ਬੰਦੇ ਆ ਜਿਹੜੇ ਕਰ ਸਕਦੇ ਹੁਣ, ਉਹ ਡਿਵੈਲਪ ਕਰਨ ਦੀ ਲੋੜ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਪੂਰੇ ਵਿਸਥਾਰ ਦੇ ਨਾਲ ਜਿਹੜੇ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ, ਵਾਈਬ੍ਰੇਸ਼ਨ ਐਜ਼ ਮੈਡੀਸਨ ਬਹੁਤ ਵਿਸਥਾਰ ਵਾਸਟ ਫੀਲਡ ਹੈ, ਬਹੁਤ ਵੱਡਾ ਜਿਹੜਾ ਵਿਸ਼ਾ ਹੈਗਾ ਜਿਹਦੇ ਉੱਤੇ ਆਪਾਂ ਗੱਲ ਕੀਤੀ ਹੈਗੀ ਹੈ। ਕਿੰਨੇ ਐਪੀਸੋਡ ਤੋਂ ਲਗਾਤਾਰ ਆਪਾਂ ਗੱਲ ਕਰਦੇ ਆ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵਾਈਬ੍ਰੇਸ਼ਨਸ ਨੂੰ ਆਪਾਂ ਮੈਡੀਸਨ ਦੇ ਤੌਰ ਦੇ ਉੱਤੇ ਵਰਤ ਕੇ ਕਿੱਦਾਂ ਸਰੀਰ ਦੀ ਤੰਦਰੁਸਤੀ ਜਿਹੜੀ ਹੈ ਉਹ ਬਰਕਰਾਰ ਰੱਖ ਸਕਦੇ ਹਾਂ। ਜੇ ਤੰਦਰੁਸਤੀ ਗਵਾਚ ਚੁੱਕੀ ਹੈ ਤਾਂ ਉਸ ਨੂੰ ਆਪਾਂ ਵਾਪਸ ਲਿਆ ਸਕਦੇ ਹਾਂ। ਅਤੇ ਸਭ ਤੋਂ ਪੁਰਾਣੀਆਂ ਯਾਦਾਂ ਜਦੋਂ ਡਾਕਟਰ ਸਾਹਿਬ ਨੇ ਯਾਦ ਕਰਾਈਆਂ ਕਿ ਕਿਸੇ ਨੂੰ ਮੁਰਗਾ ਬਣਾ ਦੇਣਾ, ਕਿਸੇ ਦੇ ਕੰਨ ਪੱਟ ਦੇਣਾ, ਕਿਸੇ ਦੇ ਚੁੰਡੀ ਵੱਢ ਦੇਣਾ, ਕਿਸੇ ਹੋਰ ਨਹੀਂ ਤਾਂ ਉਹ ਵੀ ਚੀਜ਼ਾਂ ਜਿਹੜੀਆਂ ਨੇ ਇੱਥੋਂ ਦੱਬ ਕੇ ਕਰ ਦੇਣਾ, ਟੈਪਿੰਗ ਵਾਲੀ ਜਿਹੜੀ ਹੈ, ਉਹ ਬਹੁਤ ਜਿਹੜੀਆਂ ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਕਿ ਬੋਡੀ ਦੇ ਕੁਝ ਖਾਸ ਹਿੱਸਿਆਂ ਨੂੰ ਸਟਿਮੂਲੇਟ ਕਰਕੇ ਉਹ ਬੋਡੀ ਨੂੰ ਹੀਲ ਕਰਦੀਆਂ ਸੀ। ਉਹ ਹਿੱਸਿਆਂ ਨੂੰ ਜਿਹੜਾ ਉਹ ਪ੍ਰਚੰਡ ਕਰਕੇ ਅਤੇ ਉਹ ਤੰਦਰੁਸਤੀ ਵਾਪਸ ਲੈ ਕੇ ਆਉਂਦੇ ਸੀ, ਜਿਸ ਤੰਦਰੁਸਤੀ ਦੀ ਤਲਾਸ਼ ਦੇ ਵਿੱਚ ਆਪਾਂ ਅਲੱਗ-ਅਲੱਗ ਡਾਕਟਰਾਂ ਕੋਲ ਜਾਂਦੇ ਹਾਂ, ਵੈਦ ਹਕੀਮਾਂ ਕੋਲ ਜਾਂਦੇ ਹਾਂ। ਉਮੀਦ ਹੈ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਨਾਲ ਡਾਕਟਰ ਸਾਹਿਬ ਤੁਹਾਡੀ ਇਜਾਜ਼ਤ ਦੇ ਨਾਲ ਆਪਾਂ ਅਨਾਊਂਸ ਕਰ ਦਈਏ ਅੱਜ ਕਿ ਆਪਾਂ ਸੰਡੇ ਤੋਂ ਆਪਾਂ ਲਾਈਵ ਇੱਕ ਪ੍ਰੋਗਰਾਮ ਕਰ ਰਹੇ ਹਾਂ। ਅਤੇ ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਆਉਂਦੀ 17 ਅਪ੍ਰੈਲ 2022 ਨੂੰ ਅਸੀਂ ਇਹ ਲਾਈਵ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਦੁਪਹਿਰ ਨੂੰ 12 ਤੋਂ 1 ਵਜੇ ਲਾਈਵ ਤੁਹਾਡੇ ਰੂਬਰੂ ਹੋਇਆ ਕਰਾਂਗੇ ਹਰ ਐਤਵਾਰ ਨੂੰ। ਅਤੇ ਉਸ ਦੇ ਵਿੱਚ ਮੇਰੇ ਸਵਾਲ ਹੋਣਗੇ, ਡਾਕਟਰ ਅਮਰ ਸਿੰਘ ਆਜ਼ਾਦ ਦੇ ਜਵਾਬ ਹੋਣਗੇ। ਉਸ ਵਿਸ਼ੇ ਉੱਤੇ ਅਸੀਂ ਡਿਸਕਸ਼ਨ ਕਰਾਂਗੇ ਅਤੇ ਤੁਸੀਂ ਸਾਡੇ ਨਾਲ ਲਾਈਵ ਫੋਨ ਕਾਲਸ ਦੇ ਰਾਹੀਂ ਸਾਨੂੰ ਜਿਹੜੇ ਉਸ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਆਪਣੀਆਂ ਸਵਾਲ ਪੁੱਛ ਕੇ ਅਤੇ ਆਪਣੀ ਜਿਗਿਆਸਾ ਸ਼ਾਂਤ ਕਰ ਸਕਦੇ ਹੋ। ਦੱਸ ਦਈਏ ਕਿ ਇਹ ਪ੍ਰੋਗਰਾਮ ਜਿਹੜਾ ਇਹ ਮੈਡੀਕਲ ਸਲਾਹ ਲਈ ਨਹੀਂ ਹੋਏਗਾ, ਇਹ ਸਿਰਫ ਤੁਹਾਡੀ ਜਾਣਕਾਰੀ ਲਈ ਹੋਏਗਾ। ਅਤੇ ਇਸ ਨੂੰ ਤੁਸੀਂ ਆਪਣੀਆਂ ਜਾਣਕਾਰੀਆਂ ਦੇ ਵਿੱਚ ਵਾਧਾ ਕਰਕੇ ਜਿੱਥੇ ਤੁਸੀਂ ਗਲਤੀਆਂ ਕਰ ਰਹੇ ਹੋਗੇ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ। ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੇਕਰ ਸ਼ੇਅਰ ਕਰਦੇ ਹੋ, ਚੰਦ ਲੋਕ ਵੀ ਠੀਕ ਹੁੰਦੇ ਨੇ, ਅਤੇ ਅਸੀਂ ਇਹ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਅਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।